ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ? ਹਾਂਜੀ, ਮੈਨੂੰ ਸ਼ੱਕ ਹੋਣ ਲੱਗ ਪਿਆ। ਪੜ੍ਹਦਾ, ਮੈਨੂੰ ਸ਼ੱਕ ਹੋਣ ਲੱਗ ਪਿਆ। ਪਰ ਇਹ ਕਿਹਨੇ ਕਿਹਾ ਸਾਨੂੰ ਕਿ ਤੁਸੀਂ ਖੰਡੇ ਦੀ ਪੌਲ ਛਕਣੀ ਹੈ? ਇਹ ਪੰਥਕ ਮਰਿਆਦਾ ਬਣਾਈ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ। ਪੱਕੀ ਗੱਲ ਨਹੀਂ ਹੈ। ਨਹੀਂ, ਪੱਕੀ ਗੱਲ ਹੀ ਹੈ, ਪੱਕੀ ਗੱਲ ਹੈ। ਪਰ ਇੰਨੀ ਪੱਕੀ ਗੱਲ, इतना बड़ा बदलाव सिख कौम दे विच, इतना खासा साजना का दिवस उन्होंने 99 विसाखी उन्होंने बड़ा कोतक रचिया, और वो महला शब्द लगा के एक शब्द गुरु ग्रंथ साहब पा जाते बई ये सारी चीज़ां लाजमी तुसीं करना। गुरु ग्रंथ साहब तो ये भी है नहीं, फिर गुरु मसीह की गल किस तरह मनी है? मेरे तो हो सकता है इल्ज़ाम लाया जाए कि मैं तो बाणी का सत्कार नहीं करता। जे मैं सत्कार नहीं करता तो खिमा करना, मेरे सतगुरु भी नहीं सी करते। कि गुरु गोबिंद सिंह ने कदे कहा ही नहीं जी सब सिखां को हुक्म है गुरु मानियो ग्रंथ? किथे लिखिया गुरु गोबिंद सिंह जी कह गए? मैं तो पढ़िया नहीं जी कितने। भाई कान सिंह नाभा वर्गे विद्वान आदमी भी गलती कर सकते ते गलती अज साडे कोल भी हो सकती है। हाँ, किसी कोल भी हो सकती है, वो साडे कोल भी हो सकती है। तो हुण गुरु नानक साहब नहीं कहना चाहिए। ਅੱਜ ਜਿੱਥੇ ਕੋਈ ਡੇਰਾ ਬਣ ਜਾਂਦਾ ਉਹ ਜਗ੍ਹਾ ਨੂੰ ਕਹਿੰਦੇ ਨੇ ਸਾਹਿਬ। ਉੱਥੇ ਉਹਨਾਂ ਨੇ ਕਹਾਣੀ ਬਣਾਈ ਹੈ ਜਿੱਥੇ ਜੀ ਸਾਡੇ ਪੁਰਾਣੇ ਮਹਾਂਪੁਰਖਾਂ ਨੇ ਬੜਾ ਤਪ ਕੀਤਾ। ਪਰ ਮੈਂ ਤੇ ਇਸ ਗੱਲ ਨਾਲ ਕੋਈ ਮੇਰਾ ਮਤਲਬ ਨਹੀਂ, ਤਪ ਕੀਤਾ ਵੀ ਹੋਵੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਮਤਲਬ ਕਿ ਗੁਰੂ ਸਾਹਿਬ ਮਰਿਆਦਾ ਤੋੜ ਰਹੇ ਸੀ ਇਹੋ ਜਿਹੀਆਂ ਗੱਲਾਂ ਕਰਕੇ? ਨਹੀਂ, ਮੈਂ ਪੁੱਛਣਾ ਚਾਹੁੰਦਾ ਤੁਹਾਡੇ ਪੇਰੈਂਟਸ ਨੇ ਤੁਹਾਡਾ ਨਾਂ ਹਰਦੇਵ ਕਿਉਂ ਰੱਖਿਆ? ਮੈਂ ਉਹਨਾਂ ਸਾਰਿਆਂ ਦਾ ਤੁਹਾਨੂੰ ਵਿਸਥਾਰ ਨਾਲ ਜਵਾਬ ਦਿੱਤਾ ਸੀ, ਵਿਸਥਾਰ ਨਾਲ। ਤੁਸੀਂ ਚਾਹੋ ਤਾਂ ਮੈਂ ਚਿੱਠੀ ਹੁਣ ਵੀ ਮੇਰੇ ਕੋਲ ਹੈ, ਮੈਂ ਉਹ ਕੱਢ ਕੇ ਦਿਖਾ ਸਕਦਾ ਤੁਹਾਨੂੰ। ਔਰ ਉਹਦੇ ਬਾਅਦ ਤੁਹਾਡਾ ਕੋਈ ਜਵਾਬ ਨਹੀਂ ਸੀ ਆਇਆ। ਜਿਹੜੀ ਨਿੱਤ ਨੇ ਅਮਰ ਛਕਾਉਣ ਵੇਲੇ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਜੀ, ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਨਾਲ ਪੜ੍ਹੀਆਂ ਜਾਂਦੀਆਂ ਨੇ, ਤੁਸੀਂ ਉਹਨਾਂ ਬਾਣੀਆਂ ਨਾਲ ਸਹਿਮਤ ਹੋ ਜਾਂ ਉਹਨਾਂ ਨੂੰ ਤੁਸੀਂ ਰੱਦ ਕਰਦੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਕਿਹਾ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ, ਤੁਹਾਡਾ ਖਿਆਲ ਹੋ ਸਕਦਾ ਹੈ, ਮੇਰਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੋਈ ਬਾਣੀ ਨਹੀਂ ਉਚਾਰਨ ਕੀਤੀ। ਫਿਰ ਜਿਹੜਾ ਇਹ ਦਿਸ਼ਾ ਨਿਰਦੇਸ਼ ਹੈ ਗੁਰੂ ਸਾਹਿਬ ਦਾ ਕਿ ਤੁਸੀਂ ਖੰਡੇ ਦੀ ਪਹੁਲ ਲੈਣੀ ਹੈ, ਖੰਡੇ ਦਾ ਅੰਮ੍ਰਿਤ ਛਕਣਾ ਹੈ, 5 ਕਕਾਰ ਧਾਰਨ ਕਰਨੇ, ਨਾਂ ਦੇ ਨਾਲ ਸਿੰਘ ਕੋਰ ਲਗਾਉਣਾ ਹੈ, ਅਗਰ ਗੁਰੂ ਸਾਹਿਬ ਨੇ ਸੱਚਮੁੱਚ ਇਹ ਕਹਿਣਾ ਹੁੰਦਾ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਲਿਖ ਕੇ ਗਏ ਹੋ? ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਧਾਨ ਸ਼੍ਰੀ ਰਜਿੰਦਰ ਸਿੰਘ, ਸਰਦਾਰ ਰਜਿੰਦਰ ਸਿੰਘ ਖਾਲਸਾ ਜੀ ਅੱਜ ਇੱਥੇ ਸਾਡੇ ਪਾਸ ਮੌਜੂਦ ਹਨ, ਔਰ ਇਹਨਾਂ ਦੀ ਬਰੀਫ ਜੇ ਤਾਰੁਫ ਦੇ ਵਿੱਚ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਇਹ ਇੱਕ ਅੱਛੇ ਲਿਖਾਰੀ ਹਨ, ਚਿੰਤਕ ਹਨ, ਵਿਦਵਾਨ ਹਨ, ਔਰ ਇਹਨਾਂ ਨੇ ਆਪਣੇ ਇਸ ਪ੍ਰਚਾਰ ਖੇਤਰ ਦੇ ਵਿੱਚ ਕੁਝ ਲੇਖਣ ਦੇ ਖੇਤਰ ਵਿੱਚ ਜੋ ਕੰਮ ਕੀਤਾ ਹੈ ਉਹ ਇਸ ਪ੍ਰਕਾਰ ਹੈ ਕਿ ਇਹਨਾਂ ਨੇ 5 ਦੇ ਕਰੀਬ ਪੁਸਤਕਾਂ ਲਿਖੀਆਂ ਹਨ, ਔਰ ਇੱਕ ਨਾਵਲ ਜਿਹੜਾ ਕਿ 1984 ਦੇ ਉਸ ਉਹਨਾਂ ਦੇ ਹਾਲਾਤਾਂ ਦੇ ਉੱਪਰ ਇੱਕ ਤੱਥਾਂ ਦੇ ਆਧਾਰਿਤ ਇੱਕ ਸਟੋਰੀ ਦੇ ਉੱਪਰ ਨਿਰਭਰ ਹੈ, ਇੱਕ ਉਹ ਲਿਖਿਆ ਇਹਨਾਂ ਨੇ। ਔਰ ਉਸ ਤੋਂ ਇਲਾਵਾ ਇਹਨਾਂ ਨੇ ਗੁਰਮਤ ਨਾਮ ਸਿਮਰਨ, ਸਿੱਖੀ ਦੀ ਸਿੱਖਿਆ, ਪਾਹੁਲ ਇੱਕ ਅਤੁੱਤੀ ਬਖਸ਼ਿਸ਼ ਵਰਗੀਆਂ ਪੁਸਤਕਾਂ ਜੋ ਲਿਖੀਆਂ ਹਨ, ਔਰ ਸਿੱਖੀ ਦੀ ਸਿੱਖਿਆ ਦੇ ਤਕਰੀਬਨ ਤੀਸਰਾ ਭਾਗ ਇਹਨਾਂ ਦਾ ਹੁਣ ਜਿਹੜਾ ਉਹ ਵੀ ਜਿਹੜਾ ਇਹਨਾਂ ਨੇ ਛਪ ਕੇ ਜਿਹੜਾ ਸਾਹਮਣੇ ਆਇਆ ਹੈ। ਔਰ ਅੱਜ ਦੀ ਇਸ ਵਿਚਾਰ ਗੋਸ਼ਟੀ ਦੇ ਵਿੱਚ ਮੈਂ ਸਭ ਤੋਂ ਪਹਿਲੇ ਇਹਨਾਂ ਦਾ ਸਵਾਗਤ ਕਰਦਾ ਹਾਂ। ਰਜਿੰਦਰ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਜੀ, ਤੁਹਾਡਾ ਇਸ ਗੋਸ਼ਟੀ ਵਿੱਚ ਸਵਾਗਤ ਹੈ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਹੈ ਤੇ ਮੁੱਦੇ ਬਹੁਤ ਸਾਰੇ ਹਨ, ਪਰ ਅਸੀਂ ਬਰੀਫ ਵਿੱਚ ਜਿਸ ਗੋਸ਼ਟੀ ਦੇ ਵਿੱਚ ਜਿਸ ਮੁੱਦੇ ਨੂੰ ਅਸੀਂ ਲਵਾਂਗੇ ਉਹ ਇਹ ਹੈ ਕਿ ਜਿਹੜੀਆਂ ਨਿਤਨੇਮ ਦੀਆਂ ਔਰ ਜਿਹੜੀਆਂ ਖੰਡੇ ਦੇ ਪਹੁਲ ਦੀਆਂ ਬਾਣੀਆਂ ਉਹਨਾਂ ਦੇ ਬਾਰੇ ਅਸੀਂ ਚਰਚਾ ਕਰਾਂਗੇ। ਔਰ ਆਪ ਜੀ ਨੇ ਜੋ ਪਾਹੁਲ ਇੱਕ ਅਦੁੱਤੀ ਬਖਸ਼ਿਸ਼ ਪੁਸਤਕ ਲਿਖੀ ਹੈ ਉਹਦੇ ਵਿੱਚ ਆਪ ਜੀ ਦਾ ਪੁਆਇੰਟ ਆਫ ਵਿਊ ਜੋ ਹੈ ਉਹ ਕਾਲਾ ਅਫਗਾਨਾ ਜੀ ਦੇ ਪੁਆਇੰਟ ਆਫ ਵਿਊ ਦੇ ਮੁਤਾਬਿਕ ਜੋ ਹੈ ਸਾਹਮਣੇ ਆਇਆ ਹੈ ਕਿ ਖੰਡੇ ਦੇ ਅੰਮ੍ਰਿਤ ਨੂੰ, ਜੋ ਕਿ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਖੰਡੇ ਦਾ ਅੰਮ੍ਰਿਤ, ਉਸ ਨੂੰ ਖੰਡੇ ਦੇ ਅੰਮ੍ਰਿਤ ਨੂੰ ਤੁਸੀਂ ਪਾਹੁਲ ਕਹਿੰਦੇ ਹੋ। ਔਰ ਜ਼ਰਾ ਇਹ ਸਪਸ਼ਟ ਕਰਨ ਦੀ ਦਰਸ਼ਕਾਂ ਵਾਸਤੇ ਦੀ ਸਹੂਲੀਅਤ ਵਾਸਤੇ ਜ਼ਰਾ ਸਪਸ਼ਟ ਕਰੋ ਕਿ ਪਾਹੁਲ ਔਰ ਅੰਮ੍ਰਿਤ ਵਿੱਚ ਅੰਤਰ ਕੀ ਹੈ? ਵੀਰ ਹਰਦੇਵ ਸਿੰਘ ਜੀ, ਜਿਤਨੇ ਵੀ ਪੁਰਾਤਨ ਰਹਿਤਨਾਮੇ ਸਾਨੂੰ ਮਿਲਦੇ ਨੇ ਉਹਨਾਂ ਵਿੱਚ ਸ਼ਬਦ ਪਾਹੁਲ ਆਉਂਦਾ, ਉੱਥੇ ਅੰਮ੍ਰਿਤ ਨਹੀਂ ਹੈ। ਔਰ ਅੰਮ੍ਰਿਤ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਬਾਰ-ਬਾਰ ਸ਼ਬਦ। ਉੱਥੇ ਅੰਮ੍ਰਿਤ ਕਿਹੜਾ ਹੈ? ਸਤਿਗੁਰੂ ਨੇ ਕਿਹਾ ਅੰਮ੍ਰਿਤ ਹਰ ਕਾ ਨਾਮ ਹੈ ਮੇਰੀ ਜਿੰਦੜੀਏ। ਔਰ ਇਹ ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰਮਤਿ ਅੰਮ੍ਰਿਤ ਪਾਏ ਰਾਮ। ਗੁਰੂ ਦੀ ਮੱਤ ਲੈ ਲਈਏ ਤੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਇਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੇ ਵਾਸਤੇ ਬਹੁਤ ਸਾਰੇ ਪ੍ਰਮਾਣ ਨੇ। ਨਾਲ ਇੱਕ ਗੱਲ ਹੋਰ ਲਿਖ ਦਿੱਤੀ ਸਤਿਗੁਰੂ ਨੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਅੰਮ੍ਰਿਤ ਇੱਕੋ ਹੀ ਹੈ, ਹੋਰ ਕੋਈ ਦੂਸਰਾ ਅੰਮ੍ਰਿਤ ਨਹੀਂ।
ਔਰ ਕਿਹੜਾ ਅੰਮ੍ਰਿਤ ਹੈ ਉਹ ਸਤਿਗੁਰੂ ਨੇ ਦੱਸ ਦਿੱਤਾ। ਮੇਰੇ ਮਨ ਨਾਮ ਅੰਮ੍ਰਿਤ ਪੀਓ, ਨਾਮ ਅੰਮ੍ਰਿਤ ਪੀਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਪ੍ਰਗਟ ਕੀਤਾ ਤੇ ਜਿਹੜੀ ਰਸਮ ਕੀਤੀ ਗਈ ਉਹਨੂੰ ਪਾਹੁਲ ਕਿਹਾ ਜਾਂਦਾ ਹੈ। ਇੱਥੇ ਮੈਂ ਇੱਕ ਵੀਰ ਜੀ ਗੱਲ ਕਹਾਂਗਾ, ਜਿਹੜਾ ਤੁਸੀਂ ਰਹਿਤਨਾਮੇ ਦਾ ਜ਼ਿਕਰ ਕੀਤਾ ਤੇ ਮੇਰੇ ਕੋਲ ਪੁਸਤਕ ਹੈ ਇਹ ਰਹਿਤਨਾਮਿਆਂ ਦੀ, ਔਰ ਇਹਦੇ ਵਿੱਚ ਇੱਕੋ ਹੀ ਰਹਿਤਨਾਮੇ ਦੇ ਵਿੱਚ ਖੰਡੇ ਦੇ ਅੰਮ੍ਰਿਤ ਲਈ ਹੀ ਅੰਮ੍ਰਿਤ ਸ਼ਬਦ ਵੀ ਵਰਤਿਆ ਗਿਆ ਔਰ ਪਾਹੁਲ ਸ਼ਬਦ ਵੀ ਵਰਤਿਆ ਗਿਆ। ਤੁਹਾਡਾ ਇਹ ਕਹਿਣਾ ਕਿ ਕਿਸੇ ਵੀ ਰਹਿਤਨਾਮੇ ਦੇ ਵਿੱਚ ਪਾਹੁਲ ਤੋਂ ਇਲਾਵਾ ਅੰਮ੍ਰਿਤ ਸ਼ਬਦ ਨਹੀਂ ਵਰਤਿਆ ਗਿਆ, ਇਹ ਕਿੱਥੋਂ ਤੱਕ ਸਹੀ ਜਾਂਦਾ? ਨਹੀਂ, ਮੈਂ ਇਹ ਨਹੀਂ ਕਿਹਾ ਕਿ ਸਿਰਫ ਪਾਹੁਲ ਵਰਤਿਆ ਗਿਆ, ਅੰਮ੍ਰਿਤ ਨਹੀਂ ਵਰਤਿਆ ਗਿਆ। ਅੰਮ੍ਰਿਤ ਵਰਤਿਆ ਗਿਆ ਇਹ ਉਸ ਟਾਈਮ ਦਾ ਜਿਸ ਵੇਲੇ ਆ ਸੋਚ ਚੱਲ ਰਹੀ ਸੀ ਅੰਮ੍ਰਿਤ ਪਾਹੁਲ ਨੂੰ ਅੰਮ੍ਰਿਤ ਬਣਾਉਣ ਦੀ ਜਾਂ ਪਾਹੁਲ ਨੂੰ ਅੰਮ੍ਰਿਤ ਸਮਝਣ ਦੀ ਭੁੱਲ ਕਰਨ ਦੀ। ਪਾਹੁਲ ਸ਼ਬਦ ਉਸ ਵੇਲੇ, ਹੁਣ ਇੱਕੋ ਬੰਦਾ, ਤੁਹਾਡੇ ਦੋ ਨਾਂ ਤੇ ਨਹੀਂ ਮੈਂ ਬੁਲਾ ਸਕਦਾ, ਤੁਹਾਡਾ ਨਾਂ ਸਰਦਾਰ ਹਰਦੇਵ ਸਿੰਘ ਹੈ ਤੇ ਮੈਂ ਤੁਹਾਨੂੰ ਸਰਦਾਰ ਹਰਦੇਵ ਸਿੰਘ ਹੀ ਕਹਾਂਗਾ। ਤੇ ਇੱਕੋ ਬੰਦਾ ਜੇ ਪਾਹੁਲ ਵੀ ਕਹਿ ਰਿਹਾ ਤੇ ਅੰਮ੍ਰਿਤ ਵੀ ਕਹਿ ਰਿਹਾ ਤੇ ਇਹਦਾ ਮਤਲਬ ਹੈ ਉੱਥੇ ਬੰਦਾ ਕਨਫਿਊਜ਼ਡ ਹੈ। ਨਹੀਂ, ਉਹ ਜਿਸ ਤਰ੍ਹਾਂ ਉਹਦੀ ਦ੍ਰਿਸ਼ਟੀ ਸਿੱਧੀ ਨਹੀਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ, ਕਿਉਂਕਿ ਉਸ ਵੇਲੇ ਆ ਜਿੰਨਾ ਸਨਾਤਨੀ ਵਿਚਾਰਧਾਰਾ ਹੈ ਉਹਦੇ ਵੱਲੋਂ ਉਹਨੂੰ ਅੰਮ੍ਰਿਤ ਪ੍ਰਚਲਿਤ ਕੀਤਾ ਜਾ ਰਿਹਾ ਸੀ ਤੇ ਕੁਝ ਇੱਕ ਲਿਖਾਰੀਆਂ ਨੇ ਜਿਹੜਾ ਉਹਨੂੰ ਪਾਹੁਲ ਵੀ ਲਿਖਿਆ, ਉਹਨੂੰ ਅੰਮ੍ਰਿਤ ਵੀ ਲਿਖਿਆ। ਵੈਸੇ ਪਾਹੁਲ ਦਾ ਅਰਥ ਕੀ ਹੈ? ਪਾਹੁਲ ਦਾ ਮਤਲਬ ਹੈ ਪਾਹ ਚੜਾਉਣੀ। ਅੱਛਾ। ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਆ, ਹੁਣ ਅੱਜ ਕੱਲ੍ਹ ਜਿਹੜੇ ਫੈਕਟਰੀਆਂ ਦੇ ਵਿੱਚ ਕੱਪੜੇ ਬਣਦੇ ਨੇ ਉੱਥੇ ਅੱਜ ਵੀ ਪਾਹ ਚੜਾਈ ਜਾਂਦੀ ਹੈ। ਕਿਸੇ ਕੱਪੜੇ ਨੂੰ ਰੰਗ ਚੜਾਉਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਸੀ ਕਿ ਉੱਤੇ ਪਾਹ ਚੜਾਈ ਜਾਵੇ। ਪਾਹ ਚੜਾਈ ਜਾਵੇ ਤੇ ਤਾਂ ਰੰਗ ਚੜ੍ਹਦਾ। ਜੇ ਪਾਹ ਨਹੀਂ ਚੜਾਈ ਗਈ ਤੇ ਰੰਗ ਨਹੀਂ ਚੜ੍ਹਦਾ। ਇਹ ਮੈਂ ਤੁਹਾਨੂੰ ਇੱਕ ਪ੍ਰਮਾਣ ਇੱਥੇ ਦੇ ਦੇਣਾ। ਦੋ ਮਿੰਟ ਮੈਨੂੰ ਸਮਾਂ ਦਿਓ। हाँ, कोई गल नहीं, क्योंकि इस दौरान मैं क्योंकि दर्शक के देख रहे हैं तो मैं कहना चाहांगा कि ਜਿਹੜੇ ਭਾਈ ਕਾਹਨ ਸਿੰਘ ਨਾਭਾ ਨੇ ਜਿਹੜੇ ਪਾਹੁਲ ਦੇ ਅਰਥ ਕੀਤੇ ਨੇ ਔਰ ਜਿਹੜੇ ਉਹ ਪ੍ਰਚਲਿਤ ਲਿਖਤਾਂ ਦੇ ਵਿੱਚ ਵੀ ਜਿਹੜੇ ਮਿਲਦੇ ਨੇ, ਪਾਹੁਲ ਦਾ ਅਰਥ ਬਣਦਾ ਹੈ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਚਰਨਾਮ੍ਰਿਤ। ਕਿਉਂਕਿ ਅਸੀਂ ਆਪਣੇ ਵੱਲੋਂ ਤੇ ਕਿਸੇ ਚੀਜ਼ ਦੇ ਅਰਥ ਕੱਢ ਨਹੀਂ ਸਕਦੇ ਨਾ। ਅਰਥ ਜੋ ਡਿਕਸ਼ਨਰੀਆਂ ਵਿੱਚ ਆਏ ਨੇ ਪਿੱਛੋਂ, ਜੋ ਮਹਾਨ ਕੋਸ਼ ਵਿੱਚ ਆਏ ਨੇ ਜਾਂ ਸ਼ਬਦ ਕੋਸ਼ਾਂ ਵਿੱਚ ਆਏ ਨੇ, ਉਸ ਅਰਥ ਦੇ ਮੁਤਾਬਕ ਔਰ ਪਰੰਪਰਾ ਦੇ ਮੁਤਾਬਕ ਪਾਹੁਲ ਦਾ ਅਰਥ ਹੈ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਚਰਨਾਮ੍ਰਿਤ। ਤੇ ਫਿਰ ਅੰਮ੍ਰਿਤ ਸ਼ਬਦ ਤੇ ਫਿਰ ਤਾਂ ਵੀ ਵਿੱਚ ਆ ਗਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ, ਦੋ ਚੀਜ਼ਾਂ ਸਾਨੂੰ ਫੈਸਲਾ ਕਰਨਾ ਪਏਗਾ ਵੀ ਅਸੀਂ ਗੁਰਬਾਣੀ ਨੂੰ ਆਧਾਰ ਬਣਾਉਣਾ ਹੈ ਕਿ ਕੁਝ ਵਿਦਵਾਨਾਂ ਦਾ ਆਧਾਰ ਬਣਾਉਣਾ ਹੈ। ਨਹੀਂ, ਸ਼ਾਬਦਿਕ ਇੱਕ ਮਿੰਟ ਗੱਲ ਪੂਰੀ ਕਰ ਲੈਣ ਦਿਓ। ਮੈਂ ਬਿਲਕੁਲ ਕਿਸੇ ਵਿਦਵਾਨ ਦੀ ਸ਼ਾਨ ਦੇ ਖਿਲਾਫ ਨਹੀਂ ਗੱਲ ਕਰ ਰਿਹਾ। ਤੁਸੀਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਨਾਂ ਲਿਆ, ਮੈਂ ਉਹਨਾਂ ਦਾ ਅਤ ਸਤਿਕਾਰ ਕਰਦਾ। ਮੈਂ ਸਮਝਦਾ ਕੌਮ ਦੀ ਜੋ ਦੇਣ, ਕੌਮ ਨੂੰ ਜੋ ਦੇਣ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਦਿੱਤੀ ਹੈ, ਬੜੀਆਂ ਘੱਟ ਸ਼ਖਸੀਅਤਾਂ ਹੁੰਦੀਆਂ ਨੇ ਇਹੋ ਜਿਹੀ ਦੇਣ ਵਾਲੀਆਂ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਨਸਾਨ ਜਿਹੜਾ ਉਹ ਹਰ ਇੱਕ 100% ਪਰਫੈਕਟ ਹੈ, ਕਿਉਂਕਿ ਇਹ ਨਿਰਣਾ ਗੁਰੂ ਨੇ ਕੀਤਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਆਪਾਂ ਭੁੱਲਣ ਅੰਦਰ ਸਾਰੇ, ਭੁੱਲ ਜਿਹੜੀ ਹੈ ਉਹ ਮੈਂ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਭਾਈ ਕਾਹਨ ਸਿੰਘ ਨਾਭਾ ਵੀ ਕਰ ਸਕਦੇ ਨੇ। ਅੱਜ ਹੁਣ ਕੁਝ ਸ਼ਖਸੀਅਤਾਂ ਦੇ ਇਸ ਤਰ੍ਹਾਂ ਨਾਂ ਜਿਹੜੇ ਨੇ ਉਹ ਕੌਮ ਦੇ ਵਿੱਚ ਲਏ ਜਾ ਰਹੇ ਨੇ, ਉਹ ਜੀ ਉਹ ਫਲਾਣੇ ਆ ਮੰਨਦੇ ਸਨ, ਉਹਦੇ ਅਨੁਸਾਰ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਰਹੀ ਹੈ ਜੀ, ਫਲਾਣੇ ਜਿਹੜੇ ਉਹ ਮੰਨਦੇ ਸਨ ਇਸ ਕਰਕੇ ਜਿਹੜੀ ਇਹ ਗੱਲ ਸੱਚੀ ਹੈ। ਜਿਹੜੀ ਗੱਲ ਗੁਰਮਤ ਅਨੁਸਾਰ ਠੀਕ ਨਹੀਂ ਟੁਕਦੀ ਉਹਨੂੰ ਠੀਕ ਨਹੀਂ ਕਿਹਾ ਜਾ ਸਕਦਾ। ਯਾਨੀ ਕਿ ਇਸ ਗੱਲ ਦੇ ਉੱਪਰ ਅਸੀਂ ਸਹਿਮਤ ਹਾਂ, ਤੁਸੀਂ ਸਹਿਮਤ ਹੋ ਇਸ ਗੱਲ ਦੇ ਉੱਪਰ ਕਿ ਅਗਰ ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨ ਆਦਮੀ ਵੀ ਗਲਤੀ ਕਰ ਸਕਦੇ ਤੇ ਗਲਤੀ ਅੱਜ ਸਾਡੇ ਕੋਲ ਵੀ ਹੋ ਸਕਦੀ ਹੈ। ਹਾਂ, ਕਿਸੇ ਕੋਲ ਵੀ ਹੋ ਸਕਦੀ ਹੈ, ਉਹ ਸਾਡੇ ਕੋਲ ਵੀ ਹੋ ਸਕਦੀ ਹੈ। ਤੇ ਪ੍ਰੋਬੇਬਿਲਿਟੀ ਇਹ ਹੈ ਕਿ ਉਹ ਚੂੰਕਿ ਸਾਡੇ ਨਾਲੋਂ ਜ਼ਿਆਦਾ ਕਦਾਵਰ, ਜ਼ਿਆਦਾ ਸਿਆਣੇ ਲੋਕ ਸੀਗੇ ਤੇ ਪ੍ਰੋਬੇਬਿਲਿਟੀ ਗਲਤੀ ਦੀ ਥੋੜੀ ਉਧਰ ਜੀ ਘੱਟ ਨਿਕਲਦੀ ਹੈ ਔਰ ਸਾਡੇ ਵਰਗੇ ਇੱਕ ਆਮ ਸ਼ਖਸ ਕੋਲੋਂ ਗਲਤੀ ਜਿਹੜੀ ਹੈ ਉਹਦੀ ਗੁੰਜਾਇਸ਼ ਜ਼ਿਆਦਾ ਵੱਧਦੀ ਹੈ। ਦੇਖੋ, ਇਹਦੇ ਵਿੱਚ ਤੇ ਤੁਸੀਂ ਇਹ ਪੈਰਾਮੀਟਰ ਨਹੀਂ ਹੈ ਕਿ ਉਹ ਜ਼ਿਆਦਾ ਵਿਦਵਾਨ ਸਨ ਤੇ ਉਹ ਘੱਟ ਚਾਂਸਿਸ ਨੇ। ਹਾਂ, ਬੇਸ਼ੱਕ ਉਹਨਾਂ ਦੀ ਵਿਦਵਤਾ ਦੇ ਹਿਸਾਬ ਨਾਲ ਜੇ ਉਹਨਾਂ ਦੀਆਂ ਗਲਤੀਆਂ ਕੱਢਣ ਲੱਗੀ ਹੈ ਤੇ ਮੇਰੇ ਵਰਗੇ ਮੂਰਖ ਦੇ ਹਿਸਾਬ ਨਾਲ ਬਹੁਤ ਘੱਟ ਨਿਕਲਣਗੀਆਂ। ਲੇਕਿਨ ਕਿਸੇ ਇੱਕ ਵਿਸ਼ੇ ਦੇ ਉੱਤੇ ਇਹ ਕਹਿ ਦੇਣਾ ਕਿ ਇੱਥੇ ਉਹ ਹੀ ਠੀਕ ਸਨ, ਨਹੀਂ, ਇੱਥੇ ਇਸ ਕਿਸੇ ਵਿਸ਼ੇ ਦੇ ਉੱਤੇ ਕੋਈ ਵੀ ਠੀਕ ਹੋ ਸਕਦਾ।
ਨਹੀਂ ਪਰ ਪਹੁੰਚ ਦੀ ਗੱਲ ਹੈ। ਪਰ ਪਾਹੁਲ ਸ਼ਬਦ ਦਾ ਜਿਹੜਾ ਅਰਥ ਹੈ, ਅਸੀਂ ਉਹਦੇ ਸ਼ਬਦਾਕੋਸ਼ਾਂ ਵਿੱਚ ਜਿਹੜੇ ਮੀਨਿੰਗ ਆਏ ਨੇ ਉਹਨਾਂ ਨੂੰ ਅਸੀਂ ਬਦਲ ਤੇ ਨਹੀਂ ਨਾ ਸਕਦੇ ਆਪਣੇ ਤੌਰ ਤੇ। ਉਹਦਾ ਅਰਥ ਚਰਨਾਮ੍ਰਿਤ ਹੈ। ਜਿਵੇਂ ਕਿ ਕਈ ਮਤਾਂ ਦੇ ਵਿੱਚ ਪੁਰਾਤਨ ਮਤਾਂ ਦੇ ਵਿੱਚ ਰੀਤ ਸੀਗੀ ਕਿ ਕੁਝ ਜਿਹੜੇ ਯੋਗੀ ਜਾਂ ਕੁਝ ਜਿਹੜੇ ਸੰਤ ਨੇ ਉਹ ਆਪਣੇ ਪੈਰਾਂ ਦੀ ਛੋਹ ਨਾਲ ਅੰਮ੍ਰਿਤ ਜਿਹੜਾ ਛਕਾਉਂਦੇ ਸੀ, ਉਹਨੂੰ ਪਾਹੁਲ ਕਿਹਾ ਜਾਂਦਾ ਸੀ। ਚਰਨਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ। ਤੇ ਅੰਮ੍ਰਿਤ ਸ਼ਬਦ ਤੇ ਫਿਰ ਵੀ ਇਸ ਦੇ ਵਿੱਚੋਂ ਨਹੀਂ ਨਿਕਲਿਆ, ਇਸ ਸਮੱਸਿਆ ਦੇ ਵਿੱਚੋਂ। ਤੇ ਅਸੀਂ ਅੰਮ੍ਰਿਤ ਸ਼ਬਦ ਦੇ ਨਾਲ ਇੱਕ ਕਨਫਿਊਜ਼ਨ ਜਿਹੜਾ ਕ੍ਰੀਏਟ ਹੋਇਆ ਕਿ ਇਹਨੂੰ ਅੰਮ੍ਰਿਤ ਨਹੀਂ ਕਹਿਣਾ ਚਾਹੀਦਾ, ਇਹਨੂੰ ਕਹਿਣਾ ਚਾਹੀਦਾ। ਇਸ ਤਰ੍ਹਾਂ ਗੁਰਬਾਣੀ ਵਿੱਚ ਆਉਂਦਾ ਸਾਹਿਬ ਮੇਰਾ ਏਕੋ ਹੈ, ਉਹਦੇ ਗੁਰੂ ਸਾਹਿਬ ਨੂੰ ਸਾਹਿਬ ਨਹੀਂ ਕਹਿਣਾ ਚਾਹੀਦਾ। ਜੇ ਅਸੀਂ ਏਕੋ ਦੇ ਇਸ ਥਿਊਰੀ ਨੂੰ ਪਕੜਾਂਗੇ ਤੇ ਫਿਰ ਆ ਗਿਆ ਸਾਹਿਬ ਮੇਰਾ ਏਕੋ ਹੈ ਬਈ ਏਕੋ ਹੈ। ਤੇ ਹੁਣ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨਹੀਂ ਕਹਿਣਾ ਚਾਹੀਦਾ। ਸਿੰਘ ਜੀ, ਜਿਸ ਵੇਲੇ ਜਾਂ ਤੇ ਆਪਾਂ ਇੱਕ ਸਬਜੈਕਟ ਤੇ ਕਨਸੈਂਟਰੇਟ ਕਰੀਏ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਸਾਹਿਬ ਮੇਰਾ ਏਕੋ ਹੈ, ਗੁਰਬਾਣੀ ਇਹ ਵੀ ਕਹਿੰਦੀ ਹੈ ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮਾਤਮਾ ਦੇ ਵਿੱਚ ਤੇ ਗੁਰੂ ਦੇ ਵਿੱਚ ਭੇਦ ਕੋਈ ਨਹੀਂ, ਕਿਉਂਕਿ ਪਰਮਾਤਮਾ ਸਾਹਿਬ ਹੈ ਤੇ ਗੁਰੂ ਨੂੰ ਅਸੀਂ ਸਾਹਿਬ ਕਹਿਣ ਦਾ ਮਾਣ ਹਾਸਲ ਕਰਨੇ ਆ। ਲੇਕਿਨ ਅੱਜ ਕੌਮ ਦੇ ਵਿੱਚ ਅੱਜ ਜਿੱਥੇ ਕੋਈ ਡੇਰਾ ਬਣ ਜਾਂਦਾ ਉਹ ਜਗ੍ਹਾ ਨੂੰ ਕਹਿੰਦੇ ਨੇ ਸਾਹਿਬ। ਮੈਂ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਕਿਹੜੀ ਜਗ੍ਹਾ ਬੜੂ, ਉੱਥੇ ਗਿਆ। ਬੜੂ ਇੱਕ ਸਥਾਨ ਦਾ ਨਾਂ ਹੈ। ਉੱਥੇ ਉਹਨਾਂ ਨੇ ਕਹਾਣੀ ਬਣਾਈ ਹੈ ਜਿੱਥੇ ਜੀ ਸਾਡੇ ਪੁਰਾਣੇ ਮਹਾਂਪੁਰਖਾਂ ਨੇ ਬੜਾ ਤਪ ਕੀਤਾ। ਪਰ ਮੈਂ ਤੇ ਇਸ ਗੱਲ ਨਾਲ ਕੋਈ ਮੇਰਾ ਮਤਲਬ ਨਹੀਂ, ਤਪ ਕੀਤਾ ਵੀ ਹੋਵੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸਾਰੀ ਧਰਤੀ ਜਿਹੜੀ ਹੈ ਸਤਿਗੁਰ ਕਹਿੰਦੇ ਨੇ ਇਸ ਧਰਤੀ ਸਭ ਸਾਧ ਕੀ ਤਸਕਰ ਬੈਠੇਗਾ। ਇਹ ਸਾਰੀ ਪਰਮਾਤਮਾ ਦੀ ਬਣਾਈ ਹੋਈ ਧਰਤੀ ਹੈ। ਕੋਈ ਧਰਤੀ ਵੀ ਜਿਹੜੀ ਹੈ ਉਹ ਵੱਧ ਨਹੀਂ, ਉਹ ਘੱਟ ਨਹੀਂ, ਉਹ ਜ਼ਿਆਦਾ ਪਵਿੱਤਰ ਨਹੀਂ, ਉਹ ਘੱਟ ਪਵਿੱਤਰ ਨਹੀਂ। ਜਿਸ ਸਮੇਂ ਉਸ ਵੇਲੇ ਗੁਰੂ ਦਾ ਉੱਥੇ ਸਥਾਨ ਹੈ, ਪ੍ਰਕਾਸ਼ ਹੈ, ਉਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਇਹ ਧਰਤੀ ਜਿਹੜੀ ਹੈ ਪਵਿੱਤਰ ਹੈ ਸਾਡੇ ਵਾਸਤੇ। ਅਦਰਵਾਈਜ਼ ਆਪਾਂ ਇਹ ਫਰਕ ਜਿਹੜਾ ਹੈ ਉਹ ਨਹੀਂ ਕਰ ਸਕਦੇ। ਹੁਣ ਉੱਥੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਸਾਹਿਬ ਲਫ਼ਜ਼ ਲਾਇਆ ਹੋਇਆ, ਬੜੂ ਸਾਹਿਬ ਬੜੂ ਸਾਹਿਬ। ਤੁਸੀਂ ਸੋਲਨ ਤੋਂ ਚੱਲੋ ਉਧਰ ਨੂੰ ਮੁੜੋ ਤੇ ਥਾਂ ਥਾਂ ਦੇ ਉੱਤੇ ਬੋਰਡ ਲਾਏ ਹੋਏ ਨੇ। ਉਹਨਾਂ ਨੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੰਜ ਵਾੜ ਦਿੱਤਾ ਸਾਹਿਬ। ਉੱਥੇ ਮੈਂ ਕਿਸੇ ਲੋਕਲ ਬੰਦੇ ਨੂੰ ਪੁੱਛਿਆ ਕਿ ਜੇ ਅਸੀਂ ਬੜੂ ਜਾਣਾ, ਬੜੂ ਕਿੱਧਰ ਹੈ? ਉਹ ਬੜਾ ਹੈਰਾਨ ਹੋ ਕੇ ਮੇਰੇ ਨਾਲ ਵੇਖਣ ਲੱਗ ਪਿਆ, ਬੜੂ ਅੱਛਾ ਆਪਕੋ ਬੜੂ ਸਾਹਿਬ ਜਾਣਾ। ਮੈਂ ਵੇਖਿਆ, ਮੈਂ ਕਿਹਾ ਵੀ ਲੋਕਾਂ ਦੀ ਮਾਨਸਿਕਤਾ 'ਚ ਵਾੜਤਾ। ਅਸੀਂ ਹਰ ਚੀਜ਼ ਨੂੰ, ਹੁਣ ਤੁਸੀਂ ਕਹੋਗੇ ਜੀ ਵੀ ਤੁਸੀਂ ਤਾਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ। ਜਪ ਜੀ ਸਾਹਿਬ, ਜਪ ਨਾਲ ਜੀ ਇੱਕ ਐਡਜੈਕਟਿਵ ਆ ਗਿਆ, ਨਾਲ ਸਾਹਿਬ ਦੂਸਰਾ ਐਡਜੈਕਟਿਵ ਆ ਗਿਆ। ਜਪ ਬਾਣੀ ਦਾ ਨਾਂ ਹੈ ਔਰ ਬਾਣੀ ਦੀ ਪਵਿੱਤਰਤਾ ਇਸ ਗੱਲ ਦੇ ਵਿੱਚ ਹੈ ਕਿ ਉਸ ਬਾਣੀ ਨੂੰ ਪੜ੍ਹ ਕੇ ਉਹਦਾ ਗਿਆਨ ਲੈ ਕੇ ਅਸੀਂ ਆਪਣੇ ਜੀਵਨ 'ਚ ਵਸਾਈਏ। ਉਹਦੀ ਪਵਿੱਤਰਤਾ ਜੀ ਸਾਹਿਬ ਕਹਿਣ ਨਾਲ ਨਹੀਂ। ਜੇ ਹੁਣ ਅਸੀਂ ਮੇਰੇ 'ਤੇ ਹੋ ਸਕਦਾ ਇਲਜ਼ਾਮ ਲਾਇਆ ਜਾਵੇ ਕਿ ਮੈਂ ਤੇ ਬਾਣੀ ਦਾ ਸਤਿਕਾਰ ਨਹੀਂ ਕਰਦਾ। ਜੇ ਮੈਂ ਸਤਿਕਾਰ ਨਹੀਂ ਕਰਦਾ ਤੇ ਖਿਮਾ ਕਰਨਾ, ਮੇਰੇ ਸਤਿਗੁਰੂ ਵੀ ਨਹੀਂ ਸੀ ਕਰਦੇ। ਜੇ ਮੈਂ ਨਹੀਂ ਕਰਦਾ ਤੇ ਕਿਉਂ? ਉਹਨਾਂ ਨੇ ਜਪ ਲਿਖਿਆ ਬਾਣੀ ਦਾ ਨਾਂ, ਉਹਨਾਂ ਨੇ ਸੁਖਮਣੀ ਲਿਖਿਆ ਬਾਣੀ ਦਾ ਨਾਂ, ਉਹ ਵੀ ਉੱਥੇ ਸਾਹਿਬ ਲਾ ਸਕਦੇ ਸੀ। ਇਹ ਸਾਹਿਬ ਲਫ਼ਜ਼ ਦੀ ਵਰਤੋਂ ਜਿਹੜੀ ਹੈ ਨਾ, ਇਹਨੂੰ ਤੁਸੀਂ ਇੱਥੇ ਜੋੜਨ ਦੀ ਕੋਸ਼ਿਸ਼ ਕਰੋਗੇ। ਗੁਰੂ ਸਾਹਿਬ ਦੇ ਨਾਲ ਅਸੀਂ ਸਾਹਿਬ ਲਗਾਉਂਦੇ ਹਾਂ, ਸਥਾਨਾਂ ਦੇ ਨਾਲ ਲਗਾ ਰਹੇ ਹਾਂ, ਗਲਤ ਕਰ ਰਹੇ ਹਾਂ। ਗੁਰੂ ਸਾਹਿਬ ਦੇ ਨਾਲ ਇਸ ਕਰਕੇ ਲਗਾਉਂਦੇ ਹਾਂ ਸਾਹਿਬ ਲਫ਼ਜ਼ ਕਿਉਂਕਿ ਅਸੀਂ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ। ਸਾਡੇ ਵਾਸਤੇ ਅਕਾਲ ਪੁਰਖ ਤੇ ਗੁਰੂ ਇੱਕੋ ਜਿਹੇ ਸਤਿਕਾਰ ਦੇ ਅਧਿਕਾਰੀ ਨੇ। ਸਾਹਿਬ ਮੇਰਾ ਏਕੋ ਹੈ ਜਿਹੜਾ ਬਿਲਕੁਲ ਸਹੀ ਹੈ, ਉਹਦੇ ਉੱਤੇ ਬਿਲਕੁਲ ਸਹੀ ਗੱਲ ਹੈ ਜਿਹੜੀ ਹੈ। ਹੁਣ ਅਗਰ ਅਸੀਂ ਇਹ ਲਈਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੰਮ੍ਰਿਤ ਨੂੰ ਏਕੋ ਕਿਹਾ ਗਿਆ, ਇਸ ਕਰਕੇ ਅੰਮ੍ਰਿਤ ਕਿਸੇ ਦੂਜੀ ਸ਼ੈ ਵਾਸਤੇ ਨਹੀਂ ਵਰਤਿਆ ਜਾ ਰਿਹਾ। ਮੇਰਾ ਸਵਾਲ ਸਿਰਫ ਉਸ ਪਰਿਪੇਖ ਵਿੱਚ ਸੀ ਕਿ ਇਸ ਤਰ੍ਹਾਂ ਬਾਣੀ ਵਿੱਚ ਸਾਹਿਬ ਮੇਰਾ ਏਕੋ ਵੀ ਕਿਹਾ ਗਿਆ ਤੇ ਇਸ ਵਾਸਤੇ ਸਾਹਿਬ ਵੀ ਕਿਸੇ ਦੂਜੇ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ। ਸੈਕੰਡ ਪੁਆਇੰਟ ਇਹ ਆ ਗਿਆ ਕਿ ਇਸ ਗੱਲ ਦੇ ਉੱਪਰ ਤੁਸੀਂ ਸਹਿਮਤ ਹੋ ਕਿ ਗੁਰੂ ਸਾਹਿਬ ਨੇ ਕਰਤਾਰਪੁਰ ਵਸਾਇਆ ਸੀ, ਗੁਰੂ ਸਾਹਿਬ ਨੇ ਆਨੰਦਪੁਰ ਵਸਾਇਆ ਸੀ, ਗੁਰੂ ਸਾਹਿਬ ਨੇ ਕਿਰਤਪੁਰ ਵਸਾਇਆ, ਸੰਤੋਖ ਸਰ ਤਾਲ ਬਣਵਾਇਆ, ਵਿਵੇਕ ਸਰ ਬਣਵਾਇਆ। ਹੁਣ ਆਨੰਦ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਕੁਝ ਡਿਫਰੈਂਟ ਹੈ, ਠੀਕ ਹੈ। ਔਰ ਗੁਰਬਾਣੀ ਵਿੱਚ ਸਬਰ ਔਰ ਸੰਤੋਖ ਦੀ ਪਰਿਭਾਸ਼ਾ ਵੀ ਵੱਖਰੀ ਹੈ, ਵਿਵੇਕ ਵੀ ਵੱਖਰੇ ਪ੍ਰਕਾਰ ਦੇ ਨਾਲ ਉਹਦੇ ਪ੍ਰਸਿੱਧ ਜਿਹੜੀ ਉਹ ਦਿੱਤੀ ਗਈ ਹੈ, ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ। ਹੁਣ ਕਰਤਾਰ ਜਿਹੜਾ ਪਰਮਾਤਮਾ ਦਾ ਇੱਕ ਹੈ, ਇੱਕ ਓਂਕਾਰ, ਇੱਥੋਂ ਹੀ ਸ਼ੁਰੂ ਹੁੰਦੀ ਹੈ ਗੁਰਬਾਣੀ ਕਿ ਪਰਮਾਤਮਾ ਇੱਕ ਹੈ। ਫਿਰ ਗੁਰੂ ਸਾਹਿਬ ਨੇ ਇੱਕ ਜ਼ਮੀਨ ਦੇ ਟੁਕੜੇ ਨੂੰ ਕਰਤਾਰਪੁਰ ਦਾ ਨਾਂ ਕਿਉਂ ਦਿੱਤਾ? ਆਨੰਦਪੁਰ ਸਾਹਿਬ ਨੂੰ ਆਨੰਦਪੁਰ ਦਾ ਸਾਹਿਬ ਨਾਂ ਕਿਉਂ ਦਿੱਤਾ? ਵਿਵੇਕ ਸਰ ਕਿਉਂ ਕਿਹਾ? ਇਹ ਮਤਲਬ ਕਿ ਗੁਰੂ ਸਾਹਿਬ ਮਰਿਆਦਾ ਤੋੜ ਰਹੇ ਸੀ ਇਹੋ ਜਿਹੀਆਂ ਗੱਲਾਂ ਕਰਕੇ? ਨਹੀਂ, ਮੈਂ ਪੁੱਛਣਾ ਚਾਹੁੰਦਾ ਤੁਹਾਡੇ ਪੇਰੈਂਟਸ ਨੇ ਤੁਹਾਡਾ ਨਾਂ ਹਰਦੇਵ ਕਿਉਂ ਰੱਖਿਆ? ਲੇਕਿਨ ਅਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ, ਮੈਂ ਪੇਰੈਂਟਸ ਦੀ ਗੱਲ ਨਹੀਂ ਕਰ ਰਿਹਾ। ਹਰਦੇਵ ਤੋਂ ਨਾਂ ਬਣਿਆ। ਮੈਂ ਕਿਸੇ ਸਥਾਨ ਦਾ ਨਾਂ ਰੱਖਣਾ, ਹਾਂਜੀ, ਉਹਨੂੰ ਇਹਦੇ ਨਾਲ ਤੁਸੀਂ ਜੋੜਨਾ ਚਾਹੁੰਦੇ ਹੋ। ਹੁਣ ਭਗਤ ਰਵਿਦਾਸ ਜੀ ਦੀ ਬਾਣੀ ਹੈ,
ਉਹ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ। ਉਹਦਾ ਭਾਵ ਇਹ ਹੈ ਕਿ ਮੈਂ ਇੱਕ ਐਸਾ ਸਮਾਜਿਕ ਸਿਸਟਮ ਬਣਾਉਣਾ ਚਾਹੁੰਦਾ ਜਿੱਥੇ ਕੋਈ ਗਮ ਨਾ ਹੋਵੇ ਕਿਸੇ ਨੂੰ, ਇਹੋ ਜਿਹਾ ਸਮਾਜਿਕ ਘਾੜ ਨਹੀਂ ਘੜਨਾ ਚਾਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਆਨੰਦਪੁਰ ਨਾਂ ਰੱਖਿਆ, ਕਰਤਾਰਪੁਰ ਨਾਂ ਰੱਖਿਆ, ਉਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਸਨ ਜਿੱਥੇ ਹਰ ਆਦਮੀ ਉਸ ਕਰਤਾਰ ਦੇ ਭਾਣੇ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਵਸਦਾ ਹੋਵੇ। ਉਹ ਬੇਗਮਪੁਰੇ ਵਰਗਾ ਇੱਕ ਨਗਰ ਬਣਾਉਣਾ ਚਾਹੁੰਦੇ ਸਨ। ਸੋ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਕਿਸੇ ਵਿਸ਼ੇਸ਼ ਕਾਰਜ ਨੂੰ ਪਰਫਾਰਮ ਕਰਦੇ ਨੇ, ਚਾਹੇ ਉਹ ਸਰੋਵਰ ਦੇ ਬਣਾਉਣ ਦਾ ਕਾਰਜ ਹੋਏ ਜਾਂ ਕਿਸੇ ਪਿੰਡ ਨੂੰ ਵਸਾਉਣ ਦਾ ਕਾਰਜ ਹੋਏ ਜਾਂ ਉਹ ਅੰਮ੍ਰਿਤ ਛਕਾਉਣ ਦਾ ਇੱਕ ਕਾਰਜ ਹੋਏ। ਤੇ ਗੁਰੂ ਸਾਹਿਬ ਤੋਂ ਇਹ ਪ੍ਰੈਰੋਗੇਟਿਵ ਤੇ ਹੈ ਨਾ ਗੁਰੂ ਸਾਹਿਬ ਦਾ, ਕਿ ਗੁਰੂ ਸਾਹਿਬ ਆਪਣੇ ਉਸ ਕਾਰਜ ਨੂੰ ਇੱਕ ਵਿਸ਼ੇਸ਼ ਨਾਮ ਦੇ ਸਕਦੇ ਕਿ ਨਹੀਂ ਦੇ ਸਕਦੇ? ਬਿਲਕੁਲ ਦੇ ਸਕਦੇ ਨੇ। ਤੇ ਇਸ ਤਰ੍ਹਾਂ ਹੀ ਅਗਰ ਉਹਨਾਂ ਨੇ ਪਾਹੁਲ, ਜਿਹੜਾ ਕਿ ਜਿਹਦਾ ਮਤਲਬ ਇਹ ਸੀ, ਉਹਨਾਂ ਨੇ ਪਾਹੁਲ ਨਾਂ ਨਹੀਂ ਦਿੱਤਾ, ਪਾਹੁਲ ਨਾਂ ਖਿਮਾ ਕਰਨਾ, ਉਹਨਾਂ ਨੇ ਪਾਹੁਲ ਨਾਂ ਦਿੱਤਾ, ਉਹਨਾਂ ਨੇ ਅੰਮ੍ਰਿਤ ਨਾਂ ਨਹੀਂ ਦਿੱਤਾ। ਇਹਦਾ ਕੋਈ ਇਤਿਹਾਸਿਕ ਹਵਾਲਾ ਤੁਹਾਡੇ ਕੋਲ? ਇਹਦਾ ਕੋਈ ਇਤਿਹਾਸਿਕ ਹਵਾਲਾ ਤੁਹਾਡੇ ਕੋਲ ਹੈ? ਤੁਸੀਂ ਉਹ ਇਤਿਹਾਸਿਕ ਹਵਾਲਾ ਦੱਸ ਦਿਓ ਜਿਹੜਾ ਕਹਿੰਦਾ ਕਿ ਅੰਮ੍ਰਿਤ ਨਾਂ ਰੱਖਿਆ ਸੀ। ਨਹੀਂ, ਮੈਂ ਤਾਂ ਇਸ ਬਾਰੇ ਕੋਈ ਦਾਅਵਾ ਨਹੀਂ ਕਰ ਰਿਹਾ। ਤੁਸੀਂ ਕਿਹਾ ਕਿ ਪਾਹੁਲ ਨਾਂ ਜਿਹੜਾ ਉਹਨਾਂ ਨੇ ਨਹੀਂ ਰੱਖਿਆ, ਤੇ ਪਾਹੁਲ ਰੱਖਿਆ ਨਾਂ, ਇਹਦੇ ਬਾਰੇ ਕੁਝ ਹੈ ਤੁਹਾਡੇ ਕੋਲ ਕੋਈ ਠੋਸ ਸਬੂਤ ਕਿ ਬਈ ਐਸੇ ਫਲਾਣੇ ਥਾਂ ਤੇ ਗੁਰੂ ਸਾਹਿਬ ਨੇ ਪਾਹੁਲ ਨਾਂ ਰੱਖਿਆ ਇਹਦਾ? ਜਦ ਕਿ ਪਾਹੁਲ ਨਾਂ ਗੁਰੂ ਸਾਹਿਬ ਤੋਂ ਪਹਿਲੇ ਪ੍ਰਚਲਿਤ ਸੀ, ਔਰ ਉਹ ਜੋਗੀ ਜਾਗੀ ਜਿਹੜੇ ਨੇ ਉਹ ਆਪਣੇ ਪੈਰਾਂ ਦੀ ਛੋਹ ਨਾਲ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਸੀ, ਤੇ ਉਸ ਨੂੰ ਪਾਹੁਲ ਕਹਿੰਦੇ ਸੀ। ਚਰਨਾ ਅੰਮ੍ਰਿਤ, ਚਰਨਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ। ਤੇ ਗੁਰੂ ਸਾਹਿਬ ਨੇ ਉਹਨੂੰ ਬਦਲ ਕੇ ਉਸ ਪਰਿਪਾਟੀ ਨੂੰ, ਪੁਰਾਣੀ ਪਰਿਪਾਟੀ ਨੂੰ, ਉਹਨੂੰ ਖੰਡੇ ਦਾ ਅੰਮ੍ਰਿਤ ਕਿਹਾ। ਬਾਣੀ ਅੰਮ੍ਰਿਤ ਨਹੀਂ ਕਿਹਾ, ਖੰਡੇ ਦਾ ਅੰਮ੍ਰਿਤ ਕਿਹਾ। ਇਹ ਤੁਹਾਡਾ ਖਿਆਲ ਹੈ। ਤੁਸੀਂ ਖਿਮਾ ਕਰਨਾ, ਇਸ ਸਬਜੈਕਟ ਦੇ ਉੱਤੇ ਇੱਕ ਮੈਨੂੰ ਚਿੱਠੀ ਵੀ ਲਿਖੀ ਸੀ, ਉਹਦੇ ਵਿੱਚ ਤੁਸੀਂ ਬਹੁਤ ਸਾਰੇ ਪ੍ਰਮਾਣ ਦਿੱਤੇ ਸੀ ਕਿ ਜੀ ਇੱਥੇ ਦ੍ਰਿਸ਼ਟੀ ਨੂੰ ਵੀ ਅੰਮ੍ਰਿਤ ਕਿਹਾ ਜਾ ਰਿਹਾ ਹੈ। ਮੈਂ ਉਹਨਾਂ ਸਾਰਿਆਂ ਦਾ ਤੁਹਾਨੂੰ ਵਿਸਥਾਰ ਨਾਲ ਜਵਾਬ ਦਿੱਤਾ ਸੀ, ਵਿਸਥਾਰ ਨਾਲ। ਤੁਸੀਂ ਚਾਹੋ ਤਾਂ ਮੈਂ ਚਿੱਠੀ ਹੁਣ ਵੀ ਮੇਰੇ ਕੋਲ ਹੈ, ਮੈਂ ਉਹ ਕੱਢ ਕੇ ਦਿਖਾ ਸਕਦਾ ਤੁਹਾਨੂੰ। ਔਰ ਉਹਦੇ ਬਾਅਦ ਤੁਹਾਡਾ ਕੋਈ ਜਵਾਬ ਨਹੀਂ ਸੀ ਆਇਆ। ਇਸੇ ਆਪਾਂ ਜੇ 2 ਮਿੰਟ ਦਾ ਮੈਨੂੰ ਸਮਾਂ ਦਿਓ ਤੇ ਮੈਂ ਫਿਰ ਤੁਹਾਨੂੰ ਜਿਹੜਾ ਨਾ, ਤੁਸੀਂ ਪਾਹੁਲ ਦਾ ਪ੍ਰਮਾਣ ਮੰਗ ਰਹੇ ਸੀ। ਭਾਈ ਦਇਆ ਸਿੰਘ ਜੀ ਦਾ ਕਿਹਾ ਜਾਂਦਾ ਹੈ ਕਿ ਰਹਿਤਨਾਮਾ ਹੈ, ਉਹਦੇ ਵਿੱਚ ਭਾਈ ਦਇਆ ਸਿੰਘ ਜੀ ਵੱਲੋਂ ਲਿਖਿਆ ਮੰਨਿਆ ਜਾਂਦਾ ਹੈ, ਬਚਨ ਕੀਆ ਜੋ ਗਲ ਮੈਂ ਪਾਵੇਗਾ ਤਾਗਾ, ਪਾਹੁਲਿਆ ਸਿੰਘ ਤਿਸ ਕੋ ਜਨਮ ਜਨਮ ਕੁੰਭੀ ਨਰਕ में ਪਾਵਾਂਗਾ, ਖੰਡੇ ਕੀ ਪਾਹੁਲ ਬਿਨਾ ਕੇਸ ਰਾਖੈ ਸੋ ਪੇਖੀ। ਪਾਹੁਲ ਛਕੀ ਹੋਵੇ ਤੇ ਨਾਲ ਜਨੇਊ ਪਾਵੇ ਤੇ ਉਹ ਨਰਕਾਂ 'ਚ ਜਾਏਗਾ, ਤੇ ਪਾਹੁਲ ਦੇ ਬਿਨਾ ਕੇਸ ਰੱਖੇ ਉਹ ਪੇਖੀ। ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਹੈ, ਉਹਦੇ ਵਿੱਚ ਲਿਖਦੇ ਨੇ, ਪ੍ਰਥਮ ਰਹਿਤੀਏ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ। ਪਰ ਇਹਨਾਂ ਰਹਿਤਨਾਮੇ ਵਿੱਚ ਵੀ ਅੰਮ੍ਰਿਤ ਸ਼ਬਦ ਵੀ ਨਾਲ ਦੇ ਨਾਲ ਚੱਲ ਰਿਹਾ ਨਾ। ਅੰਮ੍ਰਿਤ ਸਾਰਿਆਂ ਦੇ ਵਿੱਚ ਨਹੀਂ ਚੱਲ ਰਿਹਾ, 1-2 ਦੇ ਵਿੱਚ ਚੱਲ ਰਿਹਾ ਹੈ। ਉਹ ਮੈਂ ਪਹਿਲਾਂ ਤੁਹਾਨੂੰ ਸਪਸ਼ਟ ਕੀਤਾ। ਇਹ ਉਸ ਟਾਈਮ ਦੇ ਨੇ ਜਿਸ ਟਾਈਮ ਦੇ ਉੱਤੇ ਪਾਹੁਲ ਨੂੰ ਅੰਮ੍ਰਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਵੇਲੇ ਪਾਹੁਲ ਦਾ ਨਾਂ ਅੰਮ੍ਰਿਤ ਪ੍ਰਚਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਚਲੋ ਅਸੀਂ 1 ਮਿੰਟ ਗੱਲ ਪੂਰੀ ਕਰ ਲੈਂਦੇ ਹੋ। ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ 1783 ਈਸਵੀ ਦਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭਾਈ ਸਾਹਿਬ ਸਿੰਘ ਜੀ ਦਾ ਰਹਿਤਨਾਮਾ ਹੈ, ਜਿਹੜਾ 1791 ਸੰਮਤ ਦਾ 1738-39 ਈਸਵੀ ਦਾ ਮੰਨਿਆ ਜਾਂਦਾ ਹੈ। ਉਹਦੇ ਵਿੱਚੋਂ ਲਿਖਦੇ ਨੇ, ਗੁਰੂ ਕਹੈ ਸੁਨ ਖਾਲਸਾ ਕੇਸ ਪਾਹੁਲੀ ਮੁਕਤ, ਕਹਿ ਖੰਡੇ ਕਾ ਪਾਹੁਲ ਭਲੀ, ਕਹਿ ਚਰਨਨ ਕੀ ਜੁਗਤ, ਧਰਿਆ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ, ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭਿਖ। ਫਿਰ ਭਾਈ ਸਾਹਿਬ ਸਿੰਘ ਜੀ ਦੇ ਮੁਕਤੀਨਾਮਾ ਵਿੱਚ ਆਇਆ, ਗੁਰ ਕੀ ਪਾਹੁਲ ਸਿੱਖ ਲੈ ਰਹਿਤ ਕਮਾਵੇ ਗ੍ਰੰਥ, ਜੋ ਬੇੜਾ ਸੋ ਸੇਵਿਆ ਔਰ ਨਾ ਭਰਮੈ ਪੰਥ। ਨਹੀਂ, ਤੁਹਾਡੇ ਇਹ ਰੈਫਰੈਂਸ ਦਿੱਤੇ ਜਿਹੜੇ ਬਿਲਕੁਲ ਦਰੁਸਤ ਨੇ, ਇਹਨਾਂ ਤੇ ਕੋਈ ਕਿੰਤੂ ਦੀ ਜਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਇਹ ਰਹਿਤਨਾਮੇ 'ਚ ਲਿਖਿਆ ਨਹੀਂ। ਇਹ ਤਾਂ ਮੈਂ ਸ਼ੁਰੂ ਕੀਤਾ ਜੇ, ਲੇਕਿਨ ਇਹਨਾਂ ਰਹਿਤਨਾਮਿਆਂ ਵਿੱਚ ਵੀ ਆਈ ਕੈਨ ਗਿਵ ਯੂ ਮਿਨੀਮਮ 20 ਬਿਲਕੁਲ ਹੋਣਗੇ। ਇੰਨੀਆਂ ਹੀ ਐਗਜ਼ਾਮਪਲਸ ਤਕਰੀਬਨ ਇਹ ਵੀ ਹਨ ਕਿ ਖੰਡੇ ਦੀ ਪਾਹੁਲ ਵੀ ਕਿਹਾ ਗਿਆ ਉਸੇ ਰਹਿਤਨਾਮੇ 'ਚ, ਤੇ ਖੰਡੇ ਦਾ ਅੰਮ੍ਰਿਤ ਵੀ ਕਿਹਾ ਗਿਆ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੂੰ ਹੁਣ ਬਾਬਾ ਵੀ ਕਹਿੰਦੇ ਨੇ, ਪਾਤਸ਼ਾਹ ਵੀ ਕਹਿੰਦੇ ਨੇ, ਗੁਰੂ ਨਾਨਕ ਵੀ ਕਹਿੰਦੇ ਨੇ, ਨਾਨਕ ਵੀ ਆਉਂਦਾ। ਤੋ ਇੱਕ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਲਗੀਧਰ ਵੀ ਕਿਹਾ ਜਾਂਦਾ, ਦਸ਼ਮੇਸ਼ ਪਿਤਾ ਜੀ ਵੀ ਕਿਹਾ ਜਾਂਦਾ, ਗੁਰੂ ਗੋਬਿੰਦ ਸਿੰਘ ਜੀ ਵੀ ਕਿਹਾ ਜਾਂਦਾ। ਤੁਸੀਂ ਇੱਕ ਸਵਾਲ ਕੀਤਾ ਸੀ ਕਿ ਤੁਹਾਡੇ ਕੋਲ ਕੋਈ ਪ੍ਰਮਾਣ ਹੈ ਕਿ ਪਾਹ ਚੜਾਉਣੀ ਹੈ, ਇਹਦਾ ਅਰਥ ਇਹ ਔਰ ਹੈ ਬਾਤ ਜਦ 1 ਮਿੰਟ ਦੀ ਗੱਲ ਪੂਰੀ ਕਰ ਮਾਨ ਕੋਸ਼ਿਸ਼ ਉਹ ਵੀ ਹੈ। ਭਾਈ ਕੇਸਰ ਸਿੰਘ ਛਿੱਬਰ ਬੰਸਾਲੀ ਨਾਵਾਂ ਦੇ 10ਵੇਂ ਚਰਨ ਵਿੱਚ
ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਪਹਿਲੀ ਵਾਰ ਪਾਹੁਲ ਤਿਆਰ ਕਰਨ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਤਾਂ ਦੀਵਾਨ ਸਾਹਿਬ ਚੰਦ ਹੱਥ ਜੋੜ ਖਲੋਤਾ ਵਿੱਚ ਦਰਬਾਰ ਕਹਿਆ ਗਰੀਬ ਨਿਵਾਜ ਵਿੱਚ ਮਿੱਠਾ ਪਵੇ ਤਾਂ ਬਣੇ ਸਵਾਦ ਬਚਨ ਕੀਤਾ ਲਿਆਓ ਧਰਮ ਚੰਦਾ ਪਤਾਸੇ ਪ੍ਰਸਾਦ ਪਤਾਸੇ ਪਵਾਏ ਵਿੱਚ ਕਰਦ ਹਲਾਈ ਨਾਉ ਧਰਿਆ ਪਾਹੁਲ ਇਹ ਪਾਹ ਲਗਾਈ। ਠੀਕ ਹੈ। ਤੁਸੀਂ ਕਹਿ ਰਹੇ ਸੀ ਨਾ ਵੀ ਡਿਕਸ਼ਨਰੀਜ਼ ਦੇ ਵਿੱਚ ਨਹੀਂ ਆਉਂਦਾ, ਮੈਂ ਤੁਹਾਨੂੰ ਇਤਿਹਾਸਿਕ ਪ੍ਰਮਾਣ ਦੇ ਰਿਹਾ। ਨਹੀਂ, ਡਿਕਸ਼ਨਰੀ ਵਿੱਚ ਆਉਂਦਾ ਪਾਹੁਲ, ਮੈਂ ਇਹ ਨਹੀਂ ਕਿਹਾ ਕਿ ਨਹੀਂ ਆਉਂਦਾ। ਪਾਹੁਲ ਸ਼ਬਦ ਦਾ ਅਰਥ ਜਿਹੜਾ ਉਹ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ, ਉਹ ਵੀ ਪ੍ਰਚਲਿਤ ਰਿਹਾ। ਠੀਕ ਹੈ। ਹੁਣ ਇੱਥੇ ਇੱਕ ਬੜਾ ਵੱਡਾ ਭੁਲੇਖਾ ਹੈ ਕਿ ਜੀ ਪਹਿਲੇ ਗੁਰੂ ਸਾਹਿਬਾਨ ਜਿਹੜੇ ਨੇ ਉਹ ਚਰਨਾਮ੍ਰਿਤ ਪਿਲਾਉਂਦੇ ਸੀ। ਉਹ ਭੁਲੇਖਾ ਕਿੱਥੋਂ ਹੈ? ਉਹ ਭੁਲੇਖਾ ਇਸ ਗੱਲ ਤੋਂ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਗੁਰਸਿੱਖਾਂ ਪਿਲਾਇਆ। ਉਸ ਨੂੰ ਤੁਸੀਂ ਪਹਿਲੇ ਹਿੱਸੇ ਨੂੰ ਪੜੋ, ਉਹਦੇ ਵਿੱਚ ਕਹਿੰਦੇ ਨੇ ਸਤਿਗੁਰੂ ਨੇ ਸਾਰਿਆਂ ਨਾਲੋਂ ਤੋੜ ਕੇ ਇੱਕ ਅਕਾਲ ਪੁਰਖ ਨਾਲ ਜੋੜ ਦਿੱਤਾ, ਇੱਕ ਅਕਾਲ ਪੁਰਖ ਦਾ ਨਾਮ ਦ੍ਰਿੜ ਕਰਾਇਆ, ਇਹ ਚਰਨਾਮ੍ਰਿਤ ਪੜਾਇਆ। ਚਲੋ ਖੈਰ, ਇਹ ਚਰਨਾਮ੍ਰਿਤ ਹੈ। ਅਸੀਂ ਹੁਣ ਇਸ ਚਰਚਾ ਤੋਂ ਅੱਗੇ ਵਧਦੇ ਹਾਂ ਇਹਦੇ ਉੱਪਰ ਕਿ ਬਈ ਰਹਿਤਨਾਮੇ ਜਿਨ੍ਹਾਂ ਤੁਸੀਂ ਰੈਫਰੈਂਸ ਦਿੱਤਾ ਉੱਥੇ ਖੰਡੇ ਕੀ ਪਾਹੁਲ ਸ਼ਬਦ ਵੀ ਆਇਆ ਔਰ ਨਾਲ ਦੇ ਨਾਲ ਉਸੇ ਰਹਿਤਨਾਮੇ ਚ ਬਾਅਦ ਦੇ ਵਿੱਚ ਉਸ ਵੇਲੇ ਆਇਆ ਜਿਸ ਵੇਲੇ ਇਹਨੂੰ ਪ੍ਰਚਲਿਤ ਕੀਤਾ ਗਿਆ ਸੀ ਅੰਮ੍ਰਿਤ। ਇਹ ਤਾਂ ਬੜੇ ਤਰੀਕੇ ਨਾਲ ਦੇਖੋ ਇੱਕ ਅਸੀਂ ਤਾਂ ਉਸੇ ਰਹਿਤਨਾਮੇ ਨੂੰ ਕੋਟ ਕਰ ਰਹੇ ਹਾਂ। ਹਰਦੇਵ ਸਿੰਘ ਜੀ, ਅਸੀਂ ਤਾਂ ਦੁਬਾਰਾ ਇਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਅਦਰਵਾਈਜ਼ ਇਹ ਤਾਂ ਅੰਮ੍ਰਿਤ ਬਣ ਗਿਆ ਸੀ ਔਰ ਇਸ ਅੰਮ੍ਰਿਤ ਨੇ ਨਾਮ ਅੰਮ੍ਰਿਤ ਨੂੰ ਤਾਂ ਗੁੰਮ ਕਰਤਾ ਸੀ, ਜਿਹੜਾ ਅਸਲੀ ਮਕਸਦ ਹੈ। ਇਹਨੂੰ ਅੰਮ੍ਰਿਤ ਬਣਾਉਣ ਦਾ ਮਤਲਬ ਇਹ ਹੈ ਕਿ ਨਾਮ ਅੰਮ੍ਰਿਤ ਜਿਹੜਾ ਉਹਦੀ ਮਹੱਤਤਾ ਘਟ ਜਾਏ। ਚਲੋ ਇਸ ਤੋਂ ਅੱਗੇ ਅਸੀਂ ਤੁਰਦੇ ਹਾਂ ਇਸ ਚਰਚਾ ਤੋਂ। ਜੀ, ਤੁਸੀਂ ਜਿਹੜੀ ਨਿੱਤ ਨੇ ਅੰਮ੍ਰਿਤ ਛਕਾਉਣ ਵੇਲੇ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਜੀ, ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਨਾਲ ਪੜ੍ਹੀਆਂ ਜਾਂਦੀਆਂ ਨੇ, ਤੁਸੀਂ ਉਹਨਾਂ ਬਾਣੀਆਂ ਨਾਲ ਸਹਿਮਤ ਹੋ ਜਾਂ ਉਹਨਾਂ ਨੂੰ ਤੁਸੀਂ ਰੱਦ ਕਰਦੇ ਹੋ? ਸਭ ਤੋਂ ਪਹਿਲਾਂ ਤੇ ਤੁਸੀਂ ਕਿਹਾ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ, ਤੁਹਾਡਾ ਖਿਆਲ ਹੋ ਸਕਦਾ ਹੈ, ਮੇਰਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੋਈ ਬਾਣੀ ਨਹੀਂ ਉਚਾਰਨ ਕੀਤੀ। ਠੀਕ ਹੈ। ਕੋਈ ਗੁਰੂ ਪਾਤਸ਼ਾਹ ਦੇ ਵਾਸਤੇ ਕੰਡੀਸ਼ਨ ਨਹੀਂ ਹੈ ਕਿ ਉਹਨਾਂ ਨੇ ਬਾਣੀ ਉਚਾਰਨ ਕਰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਾਣੀ ਉਚਾਰਨ ਨਹੀਂ ਕੀਤੀ, ਫਿਰ ਵੀ ਸਾਡੇ 6ਵੇਂ ਗੁਰੂ ਸਨ। ਗੁਰੂ ਹਰਰਾਏ ਸਾਹਿਬ ਨੇ ਬਾਣੀ ਨਹੀਂ ਉਚਾਰਨ ਕੀਤੀ, ਫਿਰ ਵੀ ਗੁਰੂ ਸਨ। ਬਿਲਕੁਲ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਣੀ ਨਹੀਂ ਉਚਾਰਨ ਕੀਤੀ, ਫਿਰ ਵੀ ਗੁਰੂ ਸਨ। ਗੁਰੂ ਦੇ ਵਾਸਤੇ ਕੰਡੀਸ਼ਨ ਨਹੀਂ ਹੈ ਕਿ ਗੁਰੂ ਬਾਣੀ ਜ਼ਰੂਰ ਉਚਾਰਨ ਕਰੇ। ਬਿਲਕੁਲ ਬਿਲਕੁਲ। ਔਰ ਇਹ ਵੀ ਕੰਡੀਸ਼ਨ ਨਹੀਂ ਹੈ ਕਿ ਨਹੀਂ ਉਚਾਰ ਸਕਦਾ। ਨਹੀਂ, ਇਹ ਤਾਂ ਉਚਾਰਨ ਤੇ ਕੀਤੀ ਹੋਇਆ। ਹਾਂ, ਇਹ ਵੀ ਕੋਈ ਕੰਡੀਸ਼ਨ ਤੇ ਨਹੀਂ ਹੈ ਕਿ ਫਲਾਣਾ ਗੁਰੂ ਨਹੀਂ ਉਚਾਰ ਸਕਦਾ। ਨਹੀਂ ਨਹੀਂ, ਇਹ ਕੋਈ ਕੰਡੀਸ਼ਨ ਨਹੀਂ ਹੈ। ਇਹ ਤਾਂ ਕੰਡੀਸ਼ਨ ਹੋ ਹੀ ਨਹੀਂ ਸਕਦੀ ਨਾ। ਪਹਿਲੇ 5 ਗੁਰੂ ਸਾਹਿਬਾਨ ਨੇ ਉਚਾਰਨ ਕੀਤੀ, ਉਹਦੇ ਬਾਅਦ 9ਵੇਂ ਪਾਤਸ਼ਾਹ ਨੇ ਉਚਾਰਨ ਕੀਤੀ, 6ਵੇਂ 7ਵੇਂ 8ਵੇਂ ਪਾਤਸ਼ਾਹ ਨੇ ਨਹੀਂ ਉਚਾਰਨ ਕੀਤੀ। ਅਗਰ ਉਹ ਚਾਹਦੇ ਤਾਂ ਉਚਾਰ ਸਕਦੇ ਸੀ। ਹਾਂਜੀ, ਅਗਰ ਚਾਹਦੇ ਤਾਂ ਉਚਾਰ ਸਕਦੇ ਸੀ। ਬਿਲਕੁਲ ਉਚਾਰ ਸਕਦੇ ਸੀ। ਕਿਉਂ ਨਹੀਂ ਸੀ ਉਚਾਰ ਸਕਦੇ? ਫਿਰ ਅੱਗੇ ਤੇ 10ਵੇਂ ਪਾਤਸ਼ਾਹ ਨੇ ਮੇਰੇ ਹਿਸਾਬ ਨਾਲ ਕੋਈ ਬਾਣੀ ਉਚਾਰਨ ਨਹੀਂ ਕੀਤੀ। ਜੇ ਉਹਨਾਂ ਉਚਾਰਨ ਕੀਤੀ ਹੁੰਦੀ ਤੇ ਗੁਰੂ ਇੱਕ ਜੁਗਤ ਦੇ ਵਿੱਚ ਵਰਤਦਾ, ਉਸ ਜੁਗਤ ਦੇ ਵਿੱਚ 9 ਜਾਮੇ ਵਰਤੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਉਹਨਾਂ 9ਵਾਂ ਜਾਮੇ ਦੇ ਅਨੁਸਾਰ 10ਵੇਂ ਜਾਮੇ ਦੇ ਵਿੱਚ ਉਸੇ ਜੁਗਤ ਦੇ ਵਿੱਚ ਵਰਤਦੇ। ਸਭ ਤੋਂ ਵੱਡੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦਾ ਆਖਰੀ ਸੰਪਾਦਨ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਰਵਾਇਆ। ਬਿਲਕੁਲ। ਔਰ ਇਹ 1705-6 ਈਸਵੀ ਦੇ ਵਿੱਚ ਕਰਾਇਆ, ਦਮਦਮਾ ਸਾਹਿਬ ਦੇ ਸਥਾਨ ਤੇ। ਉਸ ਵੇਲੇ ਤੱਕ ਅਗਰ ਕੋਈ ਸਤਿਗੁਰੂ ਨੇ ਬਾਣੀ ਉਚਾਰਨ ਕਰਨੀ ਸੀ ਤੇ ਕਰ ਚੁੱਕੇ ਸਨ, ਕਿਉਂਕਿ 1708 ਦੇ ਵਿੱਚ ਅਕਾਲ ਪਿਆਣਾ ਕਰ ਗਏ ਨੇ। 1706 ਤੋਂ ਲੈ ਕੇ 1708 ਦਾ ਸਮਾਂ ਜਿਹੜਾ ਹੈ ਇਹ ਹੋ ਗਿਆ ਜਿਹੜਾ ਉਹ ਨੰਦੇੜ ਗਏ ਨੇ, ਦਮਦਮਾ ਸਾਹਿਬ ਤੋਂ ਨੰਦੇੜ ਗਏ ਨੇ, ਸਾਰਾ ਯਾਤਰਾ ਦਾ ਸਮਾਂ। ਤੇ ਜਿਸ ਵੇਲੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉਹਨਾਂ ਕੋਈ ਆਪਣੀ ਬਾਣੀ ਉਚਾਰਨ ਕੀਤੀ ਹੁੰਦੀ, ਉਹ ਜ਼ਰੂਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾ ਦਿੰਦੇ। ਜਿਹੜੇ ਤੁਸੀਂ ਗੱਲ ਕਰ ਰਹੇ ਹੋ ਨਿਤਨੇਮ ਦੀ ਜਾਂ ਪਾਹੁਲ ਦੀ, ਹੋਰ ਨਹੀਂ ਤਾਂ ਘੱਟੋ ਘੱਟ ਨਿਤਨੇਮ ਦੀਆਂ ਬਾਣੀਆਂ ਵਿੱਚ ਨਿਤਨੇਮ ਦੀਆਂ ਬਾਣੀਆਂ ਜ਼ਰੂਰ ਪਾ ਦਿੰਦੇ। ਕੱਲ ਨੂੰ ਸਿੱਖ ਕੌਮ ਦੇ ਵਿੱਚ ਕੋਈ ਭੁਲੇਖਾ। ਫਿਰ ਜਿਹੜਾ ਇਹ ਦਿਸ਼ਾ, ਇਹ ਤੁਹਾਡਾ ਖਿਆਲ ਹੈ, ਮੈਂ ਨਹੀਂ। ਫਿਰ ਜਿਹੜਾ ਇਹ ਦਿਸ਼ਾ ਨਿਰਦੇਸ਼ ਹੈ ਗੁਰੂ ਸਾਹਿਬ ਦਾ ਕਿ ਤੁਸੀਂ ਖੰਡੇ ਦੀ ਪਾਹੁਲ ਲੈਣੀ ਹੈ, ਖੰਡੇ ਦਾ ਅੰਮ੍ਰਿਤ ਛਕਣਾ ਹੈ, 5 ਕਕਾਰ ਧਾਰਨ ਕਰਨੇ, ਨਾਂ ਦੇ ਨਾਲ ਸਿੰਘ ਕੋਰ ਲਗਾਉਣਾ। ਅਗਰ ਗੁਰੂ ਸਾਹਿਬ ਨੇ ਸੱਚਮੁੱਚ ਇਹ ਕਹਿਣਾ ਹੁੰਦਾ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਲਿਖ ਕੇ ਗਏ ਹੋ? ਇਹ ਗੱਲ ਫਿਰ ਕਿਸ ਤਰ੍ਹਾਂ ਉਹਨਾਂ ਦੀ ਸਵੀਕਾਰ ਕੀਤੀ ਜਾਏਗੀ? ਉਹ ਸਾਨੂੰ ਕਹਿ ਗਏ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਇੰਪੋਰਟੈਂਟ ਗੱਲ ਔਰ ਗੁਰੂ ਗ੍ਰੰਥ ਸਾਹਿਬ ਜੀ ਇੱਕ ਵੀ ਨਿਰਦੇਸ਼ ਨਹੀਂ ਇਸ ਬਾਰੇ 'ਚ। ਸਰਾ ਹਰਦੇਵ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ? ਹਾਂਜੀ, ਮੈਨੂੰ ਸ਼ੱਕ ਹੋਣ ਲੱਗ ਪਿਆ। ਪੜ੍ਹਦਾ, ਮੈਨੂੰ ਸ਼ੱਕ ਹੋਣ ਲੱਗ ਪਿਆ। ਚਲੋ ਕਿਵੇਂ ਕਰਨਾ ਤੁਸੀਂ, ਇਸ ਕਰਕੇ ਸ਼ੱਕ ਹੋਣ ਲੱਗ ਤੁਹਾਡੇ ਜਿਨੀ ਨਹੀਂ ਪੜ੍ਹਦਾ ਹੋਣਾ। ਹੈ ਜੀ, ਤੁਹਾਡੇ ਜਿਨੀ ਨਹੀਂ ਪੜ੍ਹਦਾ, ਮੈਨੂੰ ਬਹੁਤ ਸ਼ੱਕ ਹੋਣ ਲੱਗ ਪਿਆ। ਮੈਂ ਇਸ ਕਰਕੇ ਹੈਰਾਨ ਹੋ ਰਿਹਾ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਾ ਇਲਾਹੀ ਗਿਆਨ ਹੈ। ਬਿਲਕੁਲ, ਉਹਦੇ ਵਿੱਚ ਨਾਂ ਰੱਖਣ ਦੀ ਜੁਗਤ ਨਹੀਂ ਦੱਸੀ। ਇਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ, ਸਿੰਘ ਲਾਉਣਾ ਕੌਰ ਲਾਉਣਾ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਉਸ ਅਕਾਲ ਪੁਰਖ ਨੂੰ ਸਿਰ ਦੇ। ਪਰ ਇਹ ਕਿਹਨੇ ਕਿਹਾ ਸਾਨੂੰ ਕਿ ਤੁਸੀਂ ਖੰਡੇ ਦੀ ਪੌਲ ਛਕਣੀ ਹੈ? ਇਹ ਪੰਥਕ ਮਰਿਆਦਾ ਬਣਾਈ। ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ। ਪੱਕੀ ਗੱਲ ਨਹੀਂ ਹੈ। ਨਹੀਂ, ਪੱਕੀ ਗੱਲ ਹੀ ਹੈ, ਪੱਕੀ ਗੱਲ ਹੈ। ਪਰ ਇੰਨੀ ਪੱਕੀ ਗੱਲ, इतना बड़ा बदलाव सिख कौम दे विच, इतना खासा साजना का दिवस उन्होंने 99 विसाखी उन्होंने बड़ा कोतक रचिया, और वो महला शब्द लगा के एक शब्द गुरु ग्रंथ साहब पा जाते बई ये सारिया चीज़ां लाजमी नूं तुसीं करना। गुरु ग्रंथ साहब तो ये भी है नहीं, फिर गुरु गोबिंद की गल किस तरह मनी है? मैं समझा नहीं तुसीं की साबित करना चाहते हो? गुरु गोबिंद सिंह जी ने एक रहत दी सिखां नूं, खंडे बाटे की पहुल की रहत, जिहदे पर तुहाडी पूरी किताब है, और दिशा निर्देश दिता 1699 विसाखी नूं कि भी खालसा जिहड़ा वो इस तरह साजिया गया और इस तरह साजिया जाएगा। ठीक है ना, उस परंपरा नूं असीं मन के चल रहे हैं। हुण जद गुरु गोबिंद सिंह जी दी असीं इह गल्लां मन रहे हैं, गुरु गोबिंद सिंह ने इह गल्लां कहीआं, दिशा निर्देश दिते, ते इहनूं गुरु ग्रंथ साहब जी दर्ज क्यों नहीं कीता? इहनूं गुरु ग्रंथ साहब, गुरु गोबिंद सिंह महाराज दी गल्लां क्यों मन रहे हैं? हाँ जी, ਪਟਵਈਆਂ ਨੂੰ ਆਪਾਂ ਬਹੁਤ ਭਰੋਸੇਯੋਗ ਪ੍ਰਮਾਣ ਮੰਨਦੇ ਆ। ਇੱਕ ਪਟਵਈ ਹੈ ਪਰਗਣਾ ਥਾਣੇਸਰ, ਹਾਂ ਮੈਂ ਜਾਣਦਾ, ਉਹਦੇ ਵਿੱਚ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ महल 10वां अगों बेटा गुरु तेग बहादुर जी का साल 1755 मंगलवार विसाखी के दिनों 5 सिखों को खांडे की पाहुल दी, सिंह नाम रखा। बिल्कुल, इस करके हुण इस करके बनते हैं। हुण यह गल जिहड़ी है, जे तुहानूं कल नूं कोई ये गल कहे कि इतिहास विच रलाव है, जिस तरह असीं कह दिंदे कि सारे रहतनामे रलान, अपने सूटेबल असीं लाइनां चुन के लिख लैंदे आ कि भी देखो पाहुल क्या, जिथे अमृत आया उन्होंने असीं कहंदे नहीं, भाई नंद लाल दा रहतनामे विच जाप साहब आया असीं कहंदे नहीं। ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਨਾ, ਅੰਮ੍ਰਿਤ ਆਇਆ ਅਸੀਂ ਉਹਨੂੰ ਕਹਿੰਦੇ ਆ ਨਹੀਂ, ਅਸੀਂ ਉਹਨੂੰ ਅੰਮ੍ਰਿਤ ਇਸ ਕਰਕੇ ਕਹਿੰਦੇ ਆ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਕਹਿੰਦੀ ਉਹਨੂੰ ਅੰਮ੍ਰਿਤ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਨਾਮ ਨੂੰ ਅੰਮ੍ਰਿਤ ਕਹਿੰਦੀ ਹੈ, ਔਰ ਨਾਲ ਉਹਦੇ ਨਾਲ ਇਹ ਕਹਿੰਦੀ ਹੈ ਨਾਨਕ ਅੰਮ੍ਰਿਤ एक है। बिल्कुल क्या, बिल्कुल क्या, बिल्कुल बिल्कुल क्या, मैं ये चीज़ कह रहा कि अगर गुरु साहब ने ये कोई दिशा निर्देश देने होंगे, ये तो पटवई कह रही है, लेकिन गुरु साहब ने अगर आप दिशा निर्देश देने होंगे तो क्या ये जरूरी है कि वो ये मार्फत एक महला शब्द लिख के एक शब्द उचार दे अमृत के बारे, खंड की पाहुल के बारे, और सिंह कौर नाम लिखने का निर्देश देंगे और ये शब्द गुरु ग्रंथ साहब दर्ज कर देंगे? यार मैं तो हैरान हाँ वीर जी, मैं तो तुहानूं बहुत विद्वान समझना। मैं विद्वान नहीं है, विद्वान नहीं है, मैं तुहाडे लेख छपते रहते ने, तुहाडे बड़े इंटरव्यूज आते ने, रोज वीडियो तुहाडियां आउंदियां ने, पर मैं विद्वान नहीं है। नहीं विद्वान ते बगैर थोड़ी तुसीं हो, पर मैनूं बड़ी हैरानगी हो रही है। मैं हुणे तुहानूं बेनती कीती, गुरु ग्रंथ साहब दे विच अलाही ज्ञान है, उस अकाल पुरख नाल भेद होंदा, इस जीवन नूं सफला करन दा, मैं तो समझ गया, ओहदे विच इह नहीं। हाँ, ਤੁਸੀਂ ਕਹਿੰਦੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਮੈਂ ਤੁਹਾਨੂੰ ਹੁਣੇ ਇੱਕ ਬੇਨਤੀ ਕੀਤੀ, ਗੁਰੂ ਇੱਕ ਜੁਗਤ ਦੇ ਵਿੱਚ ਵਰਤਦਾ ਹੈ, ਉਹ ਜੁਗਤ ਤੋੜ ਦਿੰਦੇ, ਦੇਖੋ ਉਹਦੇ ਵਿੱਚ ਨਾਂ ਰੱਖਣ ਦੀਆਂ ਵਿਧੀਆਂ ਦੱਸਣਾ ਸ਼ੁਰੂ ਕਰ ਦਿੰਦੇ। ਨਹੀਂ ਮੈਂ ਉਹ ਨਹੀਂ ਕਹਿ ਰਿਹਾ, ਦੇਖੋ ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਤੁਸੀਂ ਇੱਕ ਸ਼ਬਦ ਵਰਤਿਆ ਕਿ ਨਿਤਨੇਮ ਦੀ ਬਾਣੀਆਂ ਦੇ ਕਰਦੇ, ਉਹਦੇ ਪਰ ਤੁਸੀਂ ਲਿਖਿਆ ਕਿ ਕੂੜ ਕਬਾੜ ਨੂੰ ਨਕਾਰ ਦਿੱਤਾ ਜਾਏ। देखो एक गल है कि तुसीं एक नवा एक विचार अपनी किताब में पेश किया, चाहे वो तुहाडे तो पहले कई होर लोगों ने भी पेश किया सी, तुसीं भी उसी तरज दे पर पेश पहली गल ते तुसीं एक शुरू दे विच गल कही सी, मैं उस वेले कहना चाहता सी, मैं हुण क्योंकि तुसीं दोबारा फिर उस पासे आ रहे हो, मैं पहला तुहाडे तो कह देना चाहुंदा, मेरी जो विचारधारा है वो गुरु ग्रंथ साहब की बाणी ते आधारित है, किसी काले अफगाना का या किसी का मेरे ते कोई प्रभाव नहीं। हाँ ठीक है, मेरे ते प्रभाव जो है सिर्फ ते सिर्फ गुरु ग्रंथ साहब पातशाह की बाणी का है, ਉਹਦੇ ਪ੍ਰਭਾਵ 'ਚ ਹੀ ਮੈਂ ਕੰਮ ਕਰਦਾ, ਉਹਦੇ ਪ੍ਰਭਾਵ 'ਚ ਹੀ ਮੈਂ ਵਿਚਰਦਾ, ਉਹਦੇ ਪ੍ਰਭਾਵ ਅਨੁਸਾਰ ਹੀ ਮੇਰੀ ਸੋਚ ਬਣਦੀ ਹੈ, ਮੇਰੀ ਕਿਸੇ ਦੀ ਸੋਚ ਅਨੁਸਾਰ ਸੋਚ ਨਹੀਂ ਬਣਦੀ। ਉਹ ਜਿਹੜੀ ਸੋਚ ਹੈ ਉਹਦੇ ਮੁਤਾਬਕ ਤੁਸੀਂ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਕਈਆਂ ਦੀਆਂ ਰਚਨਾਵਾਂ ਜਿਹੜੀਆਂ ਅੰਮ੍ਰਿਤ ਵੇਲੇ ਪੜ੍ਹੀਆਂ ਜਾਂਦੀਆਂ, ਤੁਸੀਂ ਉਹਨਾਂ ਨੂੰ ਕੂੜ ਕਬਾੜ ਕਿਸ ਆਧਾਰ ਤੇ ਕਹਿ ਰਹੇ ਹੋ? ਤੁਸੀਂ ਮੈਨੂੰ ਦੱਸੋ ਜੀ, 5 ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਕਵੀ ਦੇ ਸੰਕੇਤ ਤੇ ਨਾਨਕ ਪਦ ਵਰਤਿਆ, ਉਹਦੇ ਬਾਅਦ 9ਵੇਂ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ, 6ਵੇਂ 7ਵੇਂ 8ਵੇਂ ਸਤਿਗੁਰੂ ਨੇ ਨਹੀਂ ਕੀਤੀ, ਉਹਨਾਂ ਨੇ ਵੀ ਨਾਨਕ ਪਦ ਵਰਤਿਆ। ਨਾਨਕ ਪਦ ਕਿਉਂ ਵਰਤਿਆ? ਇਹਦੀ ਸੇਧ ਵੀ ਸਾਨੂੰ ਗੁਰਬਾਣੀ ਚੋਂ ਮਿਲਦੀ ਹੈ। ਭਾਈ ਸੱਤਾ ਜੀ ਤੇ ਬਲਵੰਤ ਜੀ ਦੀ ਵਾਰ ਹੈ, ਰਾਮਕਲੀ ਕੀ ਵਾਰ, ਉਹਦੇ ਵਿੱਚ ਉਹ ਲਿਖਦੇ ਨੇ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਉਹੀ ਜੋਤ ਹੈ, ਨਾਨਕ ਜੋਤ ਹੈ,
जुगत भी ਉਹੀ ਹੈ, सिद्धांत भी नहीं बदलिया, जीवन जांच भी ਉਹੀ है। की बदल रहा है? सिर्फ काया बदल रही है, काया पलटी है। इस करके सारे गुरु साहबान ने नानक पद वरत्या। कि गुरु गोबिंद सिंह पातशाह 10वें नानक नहीं सन? ਉਹੀ ਜੋਤ ਨਹੀਂ ਸੀ? ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਜਾਪ ਉਚਾਰਨ ਕਰਨ, ਉਹ ਅਕਾਲ ਉਸਤਤ ਉਚਾਰਨ ਕਰਨ ਜਾਂ ਹੋਰ ਕੋਈ ਬਾਣੀ ਉਚਾਰਨ ਕਰਨ ਤੇ ਉਹਦੇ ਵਿੱਚ ਨਾਨਕ ਪਦ ਨਾ ਵਰਤਨ? ਗੱਲ ਪੂਰੀ ਕਰ, ਤੇ ਜਿਸ ਨੇ ਚਾਲ ਚੱਲੀ ਨਾਨਕ ਪਦ ਉਹ ਕਿਉਂ ਨਹੀਂ ਵਰਤ ਗਿਆ? ਗੱਲ ਪੂਰੀ ਕਰ ਲੈਂਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਜਾਮੇ 'ਚ ਬਾਣੀ ਉਚਾਰਨ ਕੀਤੀ ਗਈ ਉਹਦੇ ਵਾਸਤੇ ਮਹੱਲਾ ਸ਼ਬਦ ਆਉਂਦਾ। ਪਿੱਛੇ ਮੈਂ ਤੁਹਾਡੀ ਇੱਕ ਮੈਨੂੰ ਖਿਆਲ ਹੈ ਜਿੱਥੋਂ ਤੱਕ ਵੀਡੀਓ ਸੁਣੀ ਸੀ ਉਹਦੇ ਵਿੱਚ ਤੁਸੀਂ ਕਿਹਾ ਜੀ ਕਿ ਮਹੱਲਾ ਸ਼ਬਦ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਨਹੀਂ ਲਿਖਿਆ। ਉਹ ਨਹੀਂ, ਮੈਂ ਇਹ ਗੱਲ ਨਹੀਂ ਕਹੀ। ਅੱਛਾ ਚਲੋ, ਮੈਂ ਕਿਸੇ ਹੋਰ ਦੀ ਸੁਣੀ, ਉਹਨੇ ਕਿਹਾ ਜੀ ਮਹੱਲਾ ਸ਼ਬਦ ਉਹਨਾਂ ਆਪ ਨਹੀਂ ਲਿਖਿਆ, ਉਹ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਬਾਣੀ ਜਿਸ ਵੇਲੇ ਦਰਜ ਕੀਤੀ ਉਸ ਵੇਲੇ ਉਹਨਾਂ ਨੇ ਕਿਸੇ ਹੋਰ ਨੇ ਕਿਹਾ ਸੰਕੇਤ ਵਾਸਤੇ ਲਾ ਦਿੱਤਾ। ਮਹੱਲਾ ਦਾ ਮਤਲਬ ਹੈ ਜਾਮਾ, ਕਿਉਂਕਿ ਜੋਤ ਉਹੀ ਹੈ, ਜਾਮਾ ਬਦਲ ਰਿਹਾ ਤੇ ਇਸ ਕਰਕੇ ਮਹੱਲਾ ਸ਼ਬਦ ਵਰਤਿਆ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ 10ਵਾਂ ਜਾਮਾ ਨਹੀਂ ਸਨ ਨਾਨਕ ਦਾ? ਉਹਨਾਂ ਨੇ ਜਾਮੇ ਦੀ ਆਪਣਾ ਮਹੱਲੇ ਦੀ ਬਜਾਏ ਪਾਤਸ਼ਾਹ ਲਫ਼ਜ਼ ਕਿਉਂ ਵਰਤਿਆ? ਪਾਤਸ਼ਾਹ ਲਫ਼ਜ਼ ਗੁਰੂ ਆਪਣੇ ਆਪ ਨੂੰ ਕਦੀ ਪਾਤਸ਼ਾਹ ਨਹੀਂ ਕਹਿੰਦਾ, ਸਿੱਖ ਕਹਿੰਦਾ ਪਾਤਸ਼ਾਹ। ਮੇਰੇ ਵਾਸਤੇ ਨਾਨਕ ਵੀ ਪਾਤਸ਼ਾਹ ਨੇ, ਮੇਰੇ ਵਾਸਤੇ ਗੁਰੂ ਅੰਗਦ ਸਾਹਿਬ ਵੀ ਪਾਤਸ਼ਾਹ ਨੇ, ਮੇਰੇ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਪਾਤਸ਼ਾਹ ਨੇ, ਇਹ ਸਾਰੇ ਪਾਤਸ਼ਾਹ ਨੇ ਮੇਰੇ ਵਾਸਤੇ। ਲੇਕਿਨ ਗੁਰੂ ਤੇ ਕਹਿੰਦਾ ਨਾਨਕ ਨੀਚ ਕਹਿ ਵਿਚਾਰ, ਨਾਨਕ ਗਰੀਬ ਟੈ ਪਿਆ ਦੁਆਰੇ, ਨਾਨਕ ਗਰੀਬ ਬੰਦਾ ਜਨ ਤੇਰਾ। ਜਿਹੜੇ 9 ਜਾਮਿਆਂ ਦੇ ਵਿੱਚ ਤੇ ਉਹ ਆਪਣੇ ਆਪ ਨੂੰ ਕਹਿੰਦੇ ਪਏ ਨੇ ਨਾਨਕ ਨੀਚ ਕਹਿ ਵਿਚਾਰ, ਨਾਨਕ ਗਰੀਬ ਬੰਦਾ ਜਨ ਤੇਰਾ, ਤੇ 10ਵੇਂ ਜਾਮੇ 'ਚ ਉਹਨਾਂ ਨੇ ਆਪਣੇ ਆਪ ਨੂੰ ਪਾਤਸ਼ਾਹ ਕਹਿਣਾ ਸ਼ੁਰੂ ਕਰਤਾ। ਨਹੀਂ, ਇਹ ਦੇਖੋ ਪ੍ਰੀਜ਼ੰਪਸ਼ਨਸ ਨੇ ਕਿ ਗੁਰੂ ਸਾਹਿਬ ਆ ਨਹੀਂ ਕਰ ਸਕਦੇ, ਗੁਰੂ ਸਾਹਿਬ ਉਹ ਨਹੀਂ ਕਰ ਸਕਦੇ। ਅਸੀਂ ਇਸ ਮੁੱਦੇ ਦੇ ਉੱਪਰ ਆਈਏ ਕਿ ਗੁਰੂ ਸਾਹਿਬ ਨੇ ਅਗਰ ਕਿਸੇ ਨੇ ਜਾਪ ਸਾਹਿਬ ਨੂੰ ਗੁਰੂ ਸਾਹਿਬ ਦੇ ਗੱਲ ਮੰਨਣਾ ਹੁੰਦਾ ਤੇ ਮਹੱਲਾ ਸ਼ਬਦ ਉਹ ਕਿਉਂ ਨਹੀਂ ਲਗਾ ਗਿਆ? ਆਸਾਨ ਹੋ ਜਾਂਦਾ ਨਾ। ਜਿਸ ਤਰ੍ਹਾਂ ਮਿਹਰਬਾਨ ਨੇ ਕੀਤਾ, ਮਿਹਰਬਾਨ ਨੇ ਨਾਨਕ ਬਾਣੀ ਉਚਾਰੀ, ਕੁਛ ਨਾਨਕ ਬਾਣੀ ਉਚਾਰਨ ਦਾ ਢੋਂਗ ਕੀਤਾ ਤੇ ਨਾਲ ਨਾਨਕ ਪਦ ਵਰਤ ਲਿਆ। ਅੱਜ ਵੀ ਸ਼ਬਦ ਮਿਲਦੇ ਨੇ, ਤੁਸੀਂ ਜਾਣਦੇ ਹੀ ਹੋ। ਮਿਹਰਬਾਨਾਂ ਨੇ ਇਹ ਕੰਮ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਆਦਿ ਵੀਰ ਦੇ ਰਚਨਾ ਕਰਵਾਈ। ਲੇਕਿਨ ਅਗਰ ਕਿਸੇ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਹਾਂਜੀ, ਬੜੀ ਮੇਰਾ ਤੁਸੀਂ ਮਸਲਾ ਹੱਲ ਕਰਤਾ। ਹਾਂਜੀ, ਤੁਸੀਂ ਮੇਰੇ ਕੋਲ ਆਓ ਚੰਡੀਗੜ੍ਹ, ਮੈਂ ਤੁਹਾਨੂੰ ਉੱਥੇ ਮੇਰੇ ਕੋਲ ਵੀ ਕਾਫੀ ਸਾਰੇ ਹੈਗੇ ਨੇ ਪਿਆ ਡਿਜੀਟਲ ਲਿਟਰੇਚਰ, ਤੇ ਨਾਲ ਸਾਡੇ ਉੱਥੇ ਪੰਜਾਬ ਡਿਜੀਟਲ ਲਾਇਬ੍ਰੇਰੀ ਹੈ, ਮੈਂ ਤੁਹਾਨੂੰ ਉੱਥੇ ਲੈ ਚੱਲਾਂਗਾ। ਮੈਂ ਤੁਹਾਨੂੰ ਪੁਰਾਤਨ ਜਿਹਨੂੰ ਦਸਮ ਗ੍ਰੰਥ ਕਿਹਾ ਜਾਂਦਾ ਹੈ ਉਹ ਦਿਖਾਵਾਂਗਾ, ਜਿਹੜੇ ਹਸਤ ਲਿਖਤ ਨੇ। ਪਹਿਲੀ ਗੱਲ ਤੇ ਉਹਨਾਂ ਤੋਂ ਤੇ ਨਾ ਹੀ ਕੋਈ ਨਹੀਂ, ਨਾ ਦਸਮ ਗ੍ਰੰਥ ਤੇ ਨਾ ਬਚਿੱਤਰ ਨਾਟਕ। ਚਲੋ ਖੈਰ ਉਹ ਸਾਡੀ ਚਰਚਾ ਦਾ ਵਿਸ਼ਾ ਨਹੀਂ ਹੈ, ਗੱਲ ਪੂਰੀ ਵਿਸ਼ਾ ਉਹਦੇ ਨਾਲ ਸੰਬੰਧਿਤ ਹੈ ਜੀ। ਤੁਸੀਂ ਉਹਦੇ ਵਿੱਚੋਂ ਰਚਨਾਵਾਂ ਨੂੰ ਮੇਰੇ ਗੱਲ ਮੜਨ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ, ਮੈਂ ਤੁਹਾਡੇ ਨਾਲ ਮੜਨ ਦੀ ਕੋਸ਼ਿਸ਼ ਕਰ ਰਿਹਾ। ਵਿੱਚੋਂ ਰਚਨਾਵਾਂ ਨੂੰ ਨਹੀਂ, ਤੁਸੀਂ ਪੰਥ ਦੇ ਗੱਲ ਮੜਨ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ, ਤੁਸੀਂ ਪੰਥ ਦੇ ਗੱਲੋਂ ਲਾਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਮੜਨ ਦੀ ਕੋਸ਼ਿਸ਼ ਕਰ ਰਿਹਾ। ਇਹ ਤੁਸੀਂ ਬਿਲਕੁਲ 16 ਨੇ ਸਹੀ ਕਿਹਾ, ਮੈਂ ਮੜਨ ਦੀ ਕੋਸ਼ਿਸ਼। ਜਿਹੜੀਆਂ ਗੁਰੂ ਦੀਆਂ ਰਚਨਾਵਾਂ ਨਹੀਂ ਉਹਨਾਂ ਨੂੰ ਬਿਲਕੁਲ ਪੰਥ ਦੇ ਇਹ ਆਈਆਂ ਕਦੋਂ, ਵਾੜੀਆਂ ਕਦੋਂ ਗਈਆਂ ਸਿੱਖਾਂ ਦੇ? ਚਲੋ ਖੈਰ ਮੈਂ ਇੰਨੀ ਰਿਸਰਚ ਨਹੀਂ ਕੀਤੀ ਕਿ ਕਦੋਂ ਵਾੜੀਆਂ ਗਈਆਂ, ਲੇਕਿਨ ਇਹ ਜਿਹੜੀ ਕਿਤਾਬ ਹੈ ਨਾ ਬਚਿੱਤਰ ਨਾਟਕ, ਇਹ 1787-88 ਤੋਂ ਬਾਅਦ ਹੀ ਪ੍ਰਗਟ ਹੋਣਾ ਸ਼ੁਰੂ ਹੋਇਆ, ਅਲੱਗ-ਅਲੱਗ ਰੂਪਾਂ ਦੇ ਵਿੱਚ। ਅੱਛਾ, 1788 ਤੋਂ ਬਾਅਦ? 87-88 ਤੋਂ ਬਾਅਦ। ਔਰ ਪਰ ਇੱਕ ਚੀਜ਼ ਦੱਸੋ ਤੁਸੀਂ ਕਿ ਇਸ ਤੋਂ ਪਹਿਲਾਂ ਗੱਲ ਪੂਰੀ ਦਾ ਜਵਾਬ ਤਾਂ ਸੁਣ ਲਿਆ ਕਰੋ ਨਾ। ਤੁਸੀਂ ਅੱਗੇ ਤੋਂ ਅੱਗੇ ਸਵਾਲ ਕਰੇ ਜਾਂਦੇ ਹੋ, ਪਹਿਲੀ ਗੱਲ ਪਿੱਛੇ ਰਹਿ ਜਾਂਦੀ ਹੈ। ਨਹੀਂ, ਦੱਸੋ। ਉਹ ਫਿਰ ਜਿਹੜੀ ਹੈ ਨਾ ਇੰਟਰਵਿਊ ਦੇ ਵਿੱਚ ਪ੍ਰਭਾਵ ਗਲਤ ਹੋ ਜਾਂਦਾ ਵੀ ਗੱਲ ਦਾ ਜਿਹੜਾ ਉਹ ਸਪਸ਼ਟ ਨਹੀਂ ਕੀਤਾ। ਨਹੀਂ, ਕਰੋ ਤੁਸੀਂ ਕਰੋ। ਉਹਨਾਂ ਦੇ ਵਿੱਚ ਕਿਤੇ ਵੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਨਹੀਂ ਹੈ। ਹੁਣ ਇਹ ਗੱਲ ਅਸੀਂ ਆਮ ਕਹਿੰਦੇ ਰਹੇ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਹੜਾ ਹੈ ਉਹ ਦਸਮ ਗ੍ਰੰਥ, ਅਖੌਤੀ ਦਸਮ ਗ੍ਰੰਥ ਜਿਹੜਾ ਉਹਦੇ ਵਿੱਚ ਨਹੀਂ ਆਉਂਦਾ। ਹੁਣ ਜਿਹੜੇ ਨਵੇਂ ਛਾਪੇ ਜਾ ਰਹੇ ਨੇ ਉਹਨਾਂ 'ਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੀ ਛਾਪਿਆ ਜਾ ਰਿਹਾ। ਉਹਨਾਂ ਦੇ ਵਿੱਚ ਆਪਣਾ ਜਿਹੜੇ ਗੁਟਕੇ ਛਾਪੇ ਗਏ ਨੇ ਉਹਨਾਂ ਦੇ ਉੱਤੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਛਾਪ ਦਿੱਤਾ ਗਿਆ। ਇਹ ਤਾਂ ਉਸ ਪਾਸੇ ਵੱਧ ਰਿਹਾ ਕੰਮ। ਜਿਵੇਂ ਤੁਸੀਂ ਕਿਹਾ ਨਾ, ਕੱਲ ਨੂੰ ਕੋਈ ਛਾਪ ਦੇਗਾ ਉੱਥੇ ਮਹੱਲਾ ਵੀ ਲਿਖ ਦੇਗਾ, ਪਾਤਸ਼ਾਹੀ 10ਵੀਂ ਹਟਾ ਕੇ ਮਹੱਲਾ ਵੀ ਲਿਖ ਦੇਗਾ। ਪਰ ਪਿਛਲੇ 150 ਸਾਲ ਤੋਂ ਮਤਲਬ ਕਿ ਅਸੀਂ ਸਿੰਘ ਸਭਾ ਲਹਿਰ ਤੋਂ ਲੈਂਦੇ ਹਾਂ, 1900 ਤੋਂ ਸ਼ੁਰੂ ਹੋਈ, 1875 ਤੋਂ ਸ਼ੁਰੂ ਹੋਈ ਤੇ ਅੱਜ ਤੱਕ ਨਿਤਨੇਮ ਦੀ ਬਾਣੀ ਵਿੱਚ ਤੇ ਇੱਕ ਲਾਈਨ ਨਹੀਂ ਕੋਈ ਬਦਲ ਸਕਿਆ 150 ਸਾਲਾਂ ਵਿੱਚ। ਹਾਲਾਂਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਾਰੇ 300 ਸਾਲ ਹੋਏ ਨੇ ਸਾਨੂੰ, ਇਹਨਾਂ 150 ਸਾਲਾਂ ਵਿੱਚ ਕੋਈ ਇੱਕ ਲਾਈਨ ਬਦਲ ਨਹੀਂ ਸਕਿਆ ਤੇ ਅੱਗੋਂ ਮਹੱਲਾ ਸ਼ਬਦ ਕੋਈ ਕਿਸ ਤਰ੍ਹਾਂ ਲਗਾ ਦੇਗਾ?
ਜਿਵੇਂ ਸਿੱਖ ਮੰਨ ਕਿਸ ਨਾਲ ਲੈਣਗੇ? ਇੱਕ ਓਂਕਾਰ ਸਤਿਗੁਰ ਪ੍ਰਸਾਦ ਲਗਾ ਦਿੱਤਾ ਸਿੱਖ ਮੰਨ ਕਿਸ ਨਾਲ ਲੈਣਗੇ ਉਹਨੂੰ? ਸਿੱਖ ਮੰਨ ਕੇ ਬੈਠੇ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨਹੀਂ। ਅੱਛਾ, ਤੁਸੀਂ ਇਹ ਦੱਸੋ ਕਿ ਇਹ ਨਿਤਨੇਮ ਦੀ ਬਾਣੀਆਂ ਨਹੀਂ ਮੰਨਦੇ ਹੋ? ਤੁਸੀਂ ਮੰਨਦੇ ਹੋ ਜਿਹੜੀ ਹੁਣ ਮੈਂ ਦਸ਼ਮ ਗ੍ਰੰਥ ਜਾ ਰਹੇ ਹੋ, ਠੀਕ ਹੈ ਕਿ ਨਹੀਂ? ਹਾਂਜੀ, ਜਿਹੜਾ ਹੁਣ ਦਸਮ ਗ੍ਰੰਥ ਛਾਪਿਆ ਜਾ ਰਿਹਾ ਹੈ, ਮੈਂ ਦਸ਼ਮ ਗ੍ਰੰਥ ਨਹੀਂ ਪੜ੍ਹਦਾ। ਮੈਂ ਇੱਕ ਗੱਲ ਕਹਿ ਰਿਹਾ ਤੁਹਾਨੂੰ, ਜਿਸ ਚੀਜ਼ ਨੂੰ ਤੁਸੀਂ ਪੜ੍ਹਦੇ ਹੀ ਨਹੀਂ, ਨਿਤਨੇਮ ਦੀਆਂ ਬਾਣੀਆਂ। ਸਰਦਾਰ ਹਰਦੇਵ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਸ ਚੀਜ਼ ਨੂੰ ਤੁਸੀਂ ਪੜ੍ਹਦੇ ਹੀ ਨਹੀਂ, ਤੁਸੀਂ ਪੜ੍ਹਿਆ ਹੀ ਨਹੀਂ, ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਉਹਦੇ ਬਾਰੇ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ? ਮੈਂ ਉਸ ਬਾਰੇ ਡਿਸਕਸ ਕਰ ਨਹੀਂ ਰਿਹਾ। ਦਸ਼ਮ ਗ੍ਰੰਥ ਦਾ ਤੁਸੀਂ ਵਿੱਚ ਟੌਪਿਕ ਲੈਂਦਾ, ਮੈਂ ਉਸ ਬਾਰੇ ਨਹੀਂ ਕਰ ਰਿਹਾ। ਮੈਂ ਨਿਤਨੇਮ ਦੀ ਬਾਣੀਆਂ ਬਾਰੇ ਕਰ ਰਿਹਾ। ਤੁਸੀਂ ਰਚਨਾਵਾਂ ਦੀ ਗੱਲ ਕਰ ਰਹੇ ਹੋ ਨਾ, ਜਿਹਨੂੰ ਤੁਸੀਂ ਨਿਤਨੇਮ ਦੀਆਂ ਬਾਣੀਆਂ ਕਹਿ ਰਹੇ ਹੋ, ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹਨ। ਇਹ ਉਸ ਕਿਤਾਬ ਚੋਂ ਨੇ। ਮੈਨੂੰ ਪਤਾ ਨਹੀਂ ਹੈ। ਉਹਨੂੰ ਡਿਸਕਸ ਕੀਤੇ ਬਗੈਰ ਕਿਵੇਂ ਉਹਨੂੰ ਡਿਸਕਸ ਕਰ ਲੋਗੇ? ਤੁਸੀਂ ਨਿਤਨੇਮ ਦੀ ਬਾਣੀਆਂ ਨੂੰ ਦਸ਼ਮ ਗ੍ਰੰਥ ਜਿਹੜਾ ਤੁਸੀਂ ਕਹਿੰਦੇ 1786 ਚ ਆਇਆ, ਇਹੀ ਕਹਿ ਰਹੇ ਹੋ ਤੁਸੀਂ? 1786 ਚ ਆਇਆ, 1886 ਜਾਂ 1786? 1786 ਚ ਆਇਆ। ਤੇ 1786 ਤੋਂ ਪਹਿਲੇ ਇਹ ਰਹਿਤਨਾਮੇ ਜਿਹੜੇ ਤੁਸੀਂ ਦਿੱਤੇ ਨੇ ਸਾਰੇ ਪਹਿਲੇ ਪਟਨੇ ਵਾਲਾ ਜਿਹੜਾ ਤਾਂ ਤੁਹਾਡੇ ਵੱਲੋਂ ਕੋਟ ਰਹਿਤਨਾਮੇ ਤੇ 1786 ਤੋਂ ਪਹਿਲਾਂ ਦੇ ਨੇ ਸਾਰੇ, ਉੱਥੇ ਇਹਨਾਂ ਬਾਣੀ ਦਾ ਜ਼ਿਕਰ ਕਿਉਂ? ਹਰਦੇਵ ਸਿੰਘ ਜੀ, ਇਹਦਾ ਮਤਲਬ ਇਹ ਬਾਣੀਆਂ ਦਸ਼ਮ ਗ੍ਰੰਥ ਦੇ ਹਾਂਜੀ ਕਿ ਸਮਾਂ ਕੱਢ ਕੇ ਚੰਡੀਗੜ੍ਹ ਆ ਜਾਓ ਤੇ ਫਿਰ ਤੁਸੀਂ ਕਰੋ ਇੰਟਰਵਿਊ, ਕਿਉਂਕਿ ਹੁਣ ਤੁਸੀਂ ਮੈਨੂੰ ਅਚਨ ਚੇਤੇ ਇੱਕ ਤੇ ਕਿਹਾ ਤੇ ਦੂਸਰਾ ਮੇਰਾ ਧਿਆਨ ਹੈ 11:15 ਵੱਜ ਗਏ ਨੇ, ਮੈਂ ਉਧਰ ਮੇਰਾ ਅੱਜ ਲੈਕਚਰ ਹੈ, ਉੱਥੇ ਜਾਣਾ ਹੈ। ਜਿਹੜੀ ਤੁਸੀਂ ਗੱਲ ਛੇੜੀ ਹੈ ਨਾ, ਇਹ ਇੰਨਾ ਵੱਡਾ ਟੌਪਿਕ ਹੈ ਵੀ ਆਪਾਂ ਕਹੀਏ ਵੀ ਅਗਲੇ 10 ਮਿੰਟ ਦੇ ਵਿੱਚ ਆਪਾਂ ਇਹਨੂੰ ਖਤਮ ਕਰ ਦੇਵਾਂਗੇ ਤੇ ਉਹ ਅਨਰਥ ਹੋ ਜਾਏਗਾ। ਠੀਕ ਹੈ, ਉਹ ਕਿਸੇ ਦੀ ਵੀ ਤਸੱਲੀ ਨਹੀਂ ਹੋਏਗੀ। ਠੀਕ ਹੈ, ਠੀਕ। ਤੁਸੀਂ ਜਿਹੜਾ ਕਹਿ ਰਹੇ ਹੋ ਨਾ 1700 ਇਹ ਪੁਰਾਣੇ ਨੇ, ਹੁਣ ਮੈਂ ਉਹਨਾਂ ਪੁਰਾਣਿਆਂ ਨੂੰ ਰਹਿਤਨਾਮਿਆਂ ਨੂੰ ਕੱਢ ਕੇ ਤੁਹਾਡੇ ਸਾਹਮਣੇ ਤੁਹਾਡੇ ਕੋਲੋਂ ਕਵਾਵਾਂਗਾ ਵੀ ਇਹ ਝੂਠੇ ਨੇ। ਹਾਂਜੀ, ਨਹੀਂ ਝੂਠੇ ਤੇ ਸੱਚੇ ਦੀ ਗੱਲ ਬਾਤ ਹੈ, ਪਰ ਲਿਖੇ ਕਦੋਂ ਗਏ ਇਹ ਅਸੀਂ ਦੇਖਣਾ। ਹਾਂ, ਉਹੀ ਤੁਸੀਂ ਕਿਹਾ ਦਸ਼ਮ ਗ੍ਰੰਥ 1786 ਨੂੰ ਹੋਂਦੀ ਚ ਆਇਆ ਤੇ ਰਹਿਤਨਾਮੇ ਉਸ ਤੋਂ ਪੁਰਾਣੇ ਨੇ। ਅਗਰ ਰਹਿਤਨਾਮੇ ਪੁਰਾਣੇ ਨੇ ਹਰਦੇਵ ਸਿੰਘ ਜੀ, ਇਹਦਾ ਮਤਲਬ ਇਹ ਹੋਇਆ ਕਿ ਉਹ ਰਚਨਾਵਾਂ ਇੰਡੀਪੈਂਡੈਂਟਲੀ ਮੌਜੂਦ ਸੀਗੀਆਂ ਪਹਿਲੇ। ਤੁਸੀਂ ਮੇਰੇ ਲਫ਼ਜ਼ ਨਹੀਂ ਨੋਟ ਕੀਤੇ, ਤੁਹਾਡੇ ਕੋਲ ਰਿਕਾਰਡਿੰਗ ਹੈ, ਇਹਨੂੰ ਜਾ ਕੇ ਘਰ ਮੁੜ ਕੇ ਸੁਣਨਾ। ਠੀਕ ਹੈ, ਠੀਕ ਹੈ। ਮੈਂ ਕਿਹਾ ਕਹੇ ਜਾਂਦੇ ਨੇ, ਇਹ ਉਦੋਂ ਦੇ ਲਿਖੇ ਕਹੇ ਜਾਂਦੇ ਨੇ। ਹਾਂਜੀ, ਮੈਂ ਨਹੀਂ ਕਿਹਾ ਕਿ ਮੈਂ ਮੰਨਦਾ ਕਿ ਉਦੋਂ ਦੇ ਨੇ। ਨਹੀਂ, ਤੁਸੀਂ ਨਹੀਂ ਮੰਨੋ, ਵੱਖਰੀ ਗੱਲ ਹੈ, ਵੱਖਰੀ ਗੱਲ ਹੈ, ਉਹ ਵੱਖਰੀ ਗੱਲ ਹੈ ਕਿ ਕੋਈ ਮੰਨੇ ਨਾ ਮੰਨੇ, ਲੇਕਿਨ ਹੈ ਤੇ ਪੁਰਾਣੇ ਨੇ। 1786 ਤੋਂ ਪੁਰਾਣੇ ਨੇ। ਭਾਈ ਨੰਦ ਲਾਲ ਦਾ ਰਹਿਤਨਾਮਾ 1695 ਦਾ। ਹੁਣ ਮੈਂ ਤੁਹਾਨੂੰ ਇੱਕ ਪ੍ਰਮਾਣ ਦੇ ਤੌਰ ਤੇ ਇੱਕ ਐਗਜ਼ਾਮਪਲ ਦੇ ਦੇਣਾ। ਅੱਛਾ, ਮੈਂ ਇਸ ਗੱਲ ਤੋਂ ਬਾਅਦ ਆਪਾਂ ਗੱਲ ਨੂੰ ਕਨਕਲੂਡ ਕਰਾਂਗੇ। ਮੈਂ ਦਰਸ਼ਕਾਂ ਦੀ ਸਹੂਲਤ ਸੇ ਚਾਹੁੰਦਾ, ਇੱਕ ਮਿੰਟ ਗੱਲ ਪੂਰੀ ਕਰ ਲੈਂਦੇ ਹੋ ਮੈਨੂੰ। ਭਾਈ ਦਇਆ ਸਿੰਘ ਦੇ ਰਹਿਤਨਾਮੇ 'ਚ ਲਿਖਦਾ ਹੈ ਕਿ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਮਣੇ ਹਾਜ਼ਰ ਹੋਏ ਤੇ ਉਹਨਾਂ ਬੇਨਤੀ ਕੀਤੀ ਕਿ ਸਤਿਗੁਰੂ ਜੀ ਰਹਿਤਨਾਮਾ ਕਹੋ, ਰਹਿਤ ਕਹੋ। ਠੀਕ ਹੈ, ਇਹ ਕੌਣ ਲਿਖੇਗਾ? ਭਾਈ ਦਇਆ ਸਿੰਘ ਲਿਖਣਗੇ। ਕਿ ਭਾਈ ਦਇਆ ਸਿੰਘ ਹਾਜ਼ਰ ਹੋਏ ਤੇ ਉਹਨਾਂ ਕਿਹਾ ਕਿ ਰਹਿਤਨਾਮਾ ਉਚਾਰਨ ਕਰੋ, ਰਹਿਤ ਠੀਕ ਹੈ ਦੱਸੋ ਸਾਨੂੰ। ਠੀਕ ਹੈ, ਇਹ ਲਿਖੇਗਾ ਕੋਈ ਥਰਡ ਪਰਸਨ। ਕਿਹਾ ਜਾਂਦਾ ਭਾਈ ਦਇਆ ਸਿੰਘ ਦਾ ਰਹਿਤਨਾਮਾ ਹੈ, ਲਿਖਣ ਵਾਲਾ ਕੋਈ ਥਰਡ ਪਰਸਨ ਹੈ। ਚਲੋ ਕਿਸੇ ਥਰਡ ਪਰਸਨ ਨੇ ਵੀ ਲਿਖਿਆ, ਲੇਕਿਨ 1786 ਤੋਂ ਪਹਿਲੇ ਲਿਖਿਆ। ਉਹਦੀ ਪਹਿਲੀ ਜਿਹੜੀ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਜਿਸ ਵੇਲੇ ਹੈ ਇੱਕ ਥਰਡ ਪਰਸਨ ਦਾ, ਹਾਂਜੀ, ਤੁਸੀਂ ਉਹਦੀ ਕੀ ਅਥੈਂਟੀਕੇਸ਼ਨ ਲਓਗੇ? ਕਿ ਨਹੀਂ, ਇਹ ਅਥੈਂਟੀਕੇਸ਼ਨ ਸਾਰੇ ਵਿਦਵਾਨਾਂ ਨੇ ਕੀਤੀ ਦੀ ਹੈ ਕਿ ਉਹ ਕਿਹੜੇ ਰਹਿਤਨਾਮੇ ਕਿਸ ਪੀਰੀਅਡ ਦੇ ਨੇ, ਉਹ ਸਾਰਿਆਂ ਨੇ ਕੀਤੀ। ਤੁਹਾਡੇ ਕੋਲ ਪਿਆਰਾ ਸਿੰਘ ਪਦਮ ਹੋਰਾਂ ਦੀ ਰਹਿਤਨਾਮੇ ਕਿਤਾਬ ਹੈ ਨਾ? ਮੈਂ ਇਹ ਕਹਿੰਦਾ, ਇੱਕ ਮਿੰਟ ਗੱਲ ਤੇ ਸੁਣੋ ਜੀ, ਇਹ ਰਹਿਤਨਾਮੇ ਤੁਹਾਡੇ ਕੋਲ ਪਿਆਰਾ ਸਿੰਘ ਪਦਮ ਹੋਰਾਂ ਦੀ ਹੈ ਨਾ? ਇਹਨੂੰ ਘਰ ਜਾ ਕੇ ਪੜ੍ਹਨਾ। ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਸਾਰੇ ਸ਼ੱਕੀ ਨੇ। ਹਾਂਜੀ, ਨਹੀਂ ਸ਼ੱਕੀ ਦੇ ਅਨਪਰ ਕਾਲ ਨਿਰਧਾਰਨ ਜਿਹੜਾ ਕਾਲ ਨਿਰਧਾਰਨ ਹੈ, ਇਹਨੂੰ ਛਾਪਣ ਵਾਲੇ ਨਹੀਂ, ਉਹਨਾਂ ਨੇ ਕਿਹਾ ਇਹ ਵਡਮੁੱਲੇ ਸਰੋਤ ਨੇ। ਨਹੀਂ, ਸ਼ੱਕੀ ਜ਼ਰੂਰ ਕਿਹਾ ਹੋਏਗਾ, ਬਟ ਇਹ ਵੀ ਲਿਖਿਆ ਕਿ ਇਹ ਉਸ ਰਹਿਤਨਾਮੇ ਨੂੰ ਜਾਣਦੇ ਵਡਮੁੱਲੇ ਸਰੋਤ ਨੇ। ਇਹ ਵੀ ਉਹਨਾਂ ਨੇ ਲਿਖਿਆ, ਬਿਲਕੁਲ ਮੈਂ ਨਹੀਂ ਲਿਖਿਆ, ਇਹ ਬਿਲਕੁਲ ਲਿਖਿਆ। ਦੂਸਰੀ ਗੱਲ ਇਹ ਹੈ, ਤੁਸੀਂ ਸਿਰਫ ਇਤਨਾ ਰੋਸ਼ਨੀ ਪਾ ਦਿਓ, ਅਸੀਂ ਇਹਨੂੰ ਕਨਕਲੂਡ ਕਰੀਏ ਕਿ ਇਹ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਨਹੀਂ ਮੰਨਦੇ, ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਪ੍ਰਚਲਨ ਵਿੱਚ ਕਦੋਂ ਆਈਆਂ? ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਇਸ ਤੋਂ ਪਹਿਲਾਂ, ਤੁਹਾਡਾ ਜਵਾਬ ਦੇਣ ਤੋਂ ਪਹਿਲਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ 13 ਪੰਨੇ ਜਿਹੜੇ ਨੇ ਉਹ ਨਿਤਨੇਮ ਦੇ ਨੇ। ਹਾਂ, ਗੁਰੂ ਰਾਮਦਾਸ ਜੀ ਵੇਲੇ ਉਹੀ ਨਿਤਨੇਮ ਸੀ ਜਾਂ ਗੁਰੂ ਅੰਗਦ ਦੇਵ ਜੀ ਵੇਲੇ, ਗੁਰੂ ਰਾਮਦਾਸ ਜੀ ਵੇਲੇ ਉਹੀ ਨਿਤਨੇਮ ਸੀ? ਉਹਦੇ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ ਹੈ, ਉਹਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਵੀ ਬਾਣੀ ਹੈ। ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਵੇਲੇ ਉਹ ਨਿਤਨੇਮ ਨਹੀਂ ਸੀ? ਗੁਰੂ ਨਾਨਕ ਦੇਵ ਵੇਲੇ ਪਾਤਸ਼ਾਹ ਵੇਲੇ ਉਹ ਨਿਤਨੇਮ ਨਹੀਂ ਸੀ, ਨਹੀਂ ਸੀਗਾ। 13 ਪੰਨੇ ਨਹੀਂ ਸੀ। ਆਪਾਂ ਕਹਿ ਸਕਦੇ ਹਾਂ ਗੁਰੂ ਅਰਜਨ ਪਾਤਸ਼ਾਹ ਤੋਂ ਬਾਅਦ ਉਹੀ ਨਿਤਨੇਮ ਸੀ। ਠੀਕ ਹੈ, ਗੁਰੂ ਅਰਜਨ ਪਾਤਸ਼ਾਹ ਤੋਂ ਬਾਅਦ ਉਹੀ ਨਿਤਨੇਮ। ਕਿਆ ਇਤਿਹਾਸ ਦਾ ਜ਼ਿਕਰ ਆਉਂਦਾ ਕਿ ਇਹ ਨਿਤਨੇਮ ਹੈ, 13 ਪੰਨੇ ਨਿਤਨੇਮ ਹੈ? ਉਹ ਤਾਂ ਮੈਂ ਤੁਹਾਨੂੰ ਪ੍ਰਮਾਣ ਦੇਣਾ। ਅੱਛਾ, ਜਿਹੜੀ
9 ਸ਼ਬਦ 100 ਦਰ ਤੇ 100 ਪੁਰਖ ਦੇ ਨੇ, 4 ਸ਼ਬਦ 100 ਦਰ 5 ਸ਼ਬਦ 100 ਦਰ ਦੇ ਤੇ 4 ਸ਼ਬਦ 100 ਪੁਰਖ ਦੇ। ਇਹ ਸਾਰੇ ਰਾਗਾਂ 'ਚ ਦੁਬਾਰਾ ਆਉਂਦੇ ਨੇ। 5 ਸ਼ਬਦ 16 ਬਾਣੀ ਦੇ ਜਿਹੜੇ ਨੇ ਇਹ ਸਾਰੇ ਰਾਗਾਂ 'ਚ ਦੁਬਾਰਾ ਆਉਂਦੇ ਨੇ। ਉਹਨਾਂ ਨੂੰ ਅਲੱਗ ਕੱਢ ਕੇ ਰੱਖਣ ਦੀ ਪਹਿਲਾਂ ਲੋੜ ਕਿਉਂ ਪਈ? ਇਸ ਵਾਸਤੇ ਕਿਉਂਕਿ ਸਤਿਗੁਰੂ ਨੇ ਆਪ ਸਾਨੂੰ ਨਿਤਨੇਮ ਬਣਾ ਕੇ ਦਿੱਤਾ। ਨਹੀਂ, ਪਰ ਇਹ ਕਿਤੇ ਡਾਇਰੈਕਸ਼ਨ ਮਿਲਦੀ ਹੈ। ਗੱਲ ਪੂਰੀ ਮੈਂ ਤੁਹਾਨੂੰ ਡਾਇਰੈਕਸ਼ਨ ਹੀ ਦੱਸਾਂਗਾ ਜੀ, ਗੱਲ ਪੂਰੀ ਤੇ ਸੁਣ ਲਓ। ਉਹਦੇ ਬਾਅਦ 14ਵੇਂ ਪੰਨੇ ਤੋਂ ਜਿਹੜਾ ਹੈ ਰਾਗਾਂ ਦੇ ਵਿੱਚ ਬਾਣੀ ਸ਼ੁਰੂ ਕੀਤੀ। ਹੁਣ ਇੱਕ ਹੋਰ ਬੜੀ ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਗੁਰਬਾਣੀ ਦਾ ਸੰਪਾਦਨ ਕੀਤਾ ਗਿਆ, ਜੇ ਸ਼ਬਦ ਚੱਲ ਰਹੇ ਨੇ ਤੇ ਪਹਿਲਾਂ ਮਹੱਲੇ ਪਹਿਲੇ ਦੇ ਸ਼ਬਦ ਚੱਲ ਰਹੇ ਨੇ, ਮਹੱਲੇ ਪਹਿਲੇ ਦੇ ਸ਼ਬਦ ਖਤਮ ਹੋਣਗੇ ਤੇ ਫਿਰ ਮਹੱਲੇ ਤੀਜੇ ਦੇ ਸ਼ਬਦ ਸ਼ੁਰੂ ਹੋ ਜਾਣਗੇ। ਹੁਣ ਇੱਕ ਸਵਾਲ ਆਏਗਾ ਕਿ ਮਹੱਲੇ ਦੂਜੇ ਦੇ ਸ਼ਬਦ ਕਿਉਂ ਨਹੀਂ? ਕਿਉਂਕਿ ਗੁਰੂ ਅੰਗਦ ਸਾਹਿਬ ਨੇ ਵੀ 62 ਸ਼ਬਦ ਉਚਾਰਨ ਕੀਤੇ ਨੇ, ਉਹਨਾਂ ਦੇ ਸਾਰੇ ਸ਼ਲੋਕ ਨੇ। ਸ਼ਲੋਕ ਜਿਹੜੇ ਨੇ ਵਾਰਾਂ 'ਚ ਦਰਜ ਨੇ, ਇਸ ਕਰਕੇ ਉਹ ਉਸ ਲੜੀ ਦੇ ਵਿੱਚ ਨਹੀਂ ਆਉਂਦੇ। ਗੁਰੂ ਅੰਗਦ ਸਾਹਿਬ ਦੇ ਆਉਣਗੇ, ਫਿਰ ਗੁਰੂ ਰਾਮਦਾਸ ਪਾਤਸ਼ਾਹ ਦੇ ਆਉਣਗੇ, ਫਿਰ ਗੁਰੂ ਅਰਜਨ ਸਾਹਿਬ ਦੇ ਆਉਣਗੇ। ਉਹਦੇ ਬਾਅਦ ਜੇ ਉਸ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣਗੇ। ਉਹਦੇ ਬਾਅਦ ਅਸ਼ਟਪਦੀਆਂ ਸ਼ੁਰੂ ਹੋ ਜਾਣਗੀਆਂ, ਉਹਦੇ ਬਾਅਦ ਛੰਤ ਆ ਜਾਣਗੇ, ਉਹਦੇ ਬਾਅਦ ਵਾਰਾਂ ਆ ਜਾਣਗੀਆਂ, ਇਸੇ ਸਿਲਸਿਲੇ ਦੇ ਵਿੱਚ ਆਉਣਗੀਆਂ। ਠੀਕ ਹੈ, ਕਦੀ ਇਹ ਨਹੀਂ ਹੋਏਗਾ ਚੌਥੇ ਮਹੱਲੇ ਦਾ ਪਹਿਲਾਂ ਆ ਗਿਆ ਤੇ ਪਹਿਲੇ ਮਹੱਲੇ ਦਾ ਬਾਅਦ ਦੇ ਵਿੱਚ ਆਇਆ। ਜਦ ਕਿ ਇਹਨਾਂ ਬਾਣੀਆਂ ਦੇ ਵਿੱਚ ਇਹ ਸਿਲਸਿਲਾ ਨਹੀਂ ਹੈ। ਇੱਥੇ ਸਿਧਾਂਤ ਰੱਖਿਆ ਗਿਆ, ਕਿਉਂਕਿ ਨਿਤਨੇਮ ਬਣਾ ਕੇ ਦਿੱਤਾ ਗਿਆ। ਇੱਥੇ ਸਿਧਾਂਤ ਰੱਖਿਆ ਗਿਆ। ਇੱਥੇ ਇਹ ਨਹੀਂ ਕਿ ਪਹਿਲੇ ਮਹੱਲੇ ਤੋਂ ਬਾਅਦ ਚੌਥੇ ਤੀਜੇ ਦਾ ਆਉਣਾ, ਤੀਜੇ ਤੋਂ ਬਾਅਦ ਚੌਥੇ ਦਾ ਆਉਣਾ, ਚੌਥੇ ਤੋਂ ਬਾਅਦ ਪੰਜਵੇਂ ਦਾ ਆਉਣਾ। ਤੁਸੀਂ ਜਾ ਕੇ 100 ਦਰ 100 ਪੁਰਖ ਦੀਆਂ ਬਾਣੀਆਂ ਪੜ੍ਹਨਾ, ਤੁਹਾਨੂੰ ਕਲੀਅਰ ਹੋ ਜਾਏਗਾ ਵੀ ਚੌਥੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਪਹਿਲੇ ਪਾਤਸ਼ਾਹ ਤੋਂ ਵੀ ਪਹਿਲੇ ਆ ਰਹੀ ਹੈ ਕਿਸੇ ਸਥਾਨ ਤੇ। ਕੋਈ ਕਾਰਨ ਨਹੀਂ ਸੀ ਕਿ ਰਾਗਾਂ ਦੇ ਵਿੱਚ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਸਾਰੀ ਦਰਜ ਕੀਤੀ ਹੈ ਤਾਂ ਪਹਿਲੇ ਪੰਨੇ ਤੋਂ ਨਾ ਸ਼ੁਰੂ ਕੀਤੇ ਜਾਂਦੇ। 13 ਪੰਨੇ ਸਤਿਗੁਰੂ ਨੇ ਆਪ ਸਾਨੂੰ ਬਣਾ ਕੇ ਦਿੱਤੇ ਨੇ। ਇਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਦੀ ਦਿੱਤੀ ਹੈ। ਜੇ ਇਸ ਸਰੂਪ ਨੂੰ ਗੁਰਗੱਦੀ ਦਿੱਤੀ ਹੈ ਤੇ ਇਹ ਨਿਤਨੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਵਾਨਗੀ ਹੈ। ਤੁਸੀਂ ਕਿਉਂ ਉਸ ਪ੍ਰਵਾਨਗੀ ਨੂੰ ਹਟਾਉਣਾ ਚਾਹੁੰਦੇ ਹੋ? ਤੁਹਾਨੂੰ ਵਿਸ਼ਵਾਸ ਨਹੀਂ? ਪ੍ਰਵਾਨਗੀ ਨੂੰ ਹਟਾਉਣਾ ਚਾਹੁੰਦਾ? ਨਾ ਨਾ ਨਾ, ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫੈਸਲੇ ਤੇ ਯਕੀਨ ਨਹੀਂ? ਨਹੀਂ, ਮੈਨੂੰ ਪੂਰਾ ਯਕੀਨ ਹੈ। ਸ਼ੱਕ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫੈਸਲੇ? ਉਹਨਾਂ ਲੋਕਾਂ ਨੂੰ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਲਿਖਤਾਂ ਨੂੰ ਨਿਤਨੇਮ ਦੀ ਬਾਣੀਆਂ ਚੋਂ ਕੱਢਣਾ ਚਾਹੁੰਦੇ ਨੇ। ਮੈਨੂੰ ਕੋਈ ਸ਼ੱਕ ਨਹੀਂ ਹੈ, ਮੈਨੂੰ ਕੋਈ ਸ਼ੱਕ ਨਹੀਂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਕਮ ਕਰਕੇ ਗਏ ਨੇ ਕਿ ਸਿੱਖਾ ਤੇਰਾ ਗੁਰੂ ਗ੍ਰੰਥ ਸਾਹਿਬ ਹੈ। ਨਹੀਂ, ਉਹ ਹੁਕਮ ਤੁਹਾਨੂੰ ਲਿਖਿਆ, ਉਹ ਹੁਕਮ ਕਿਤੇ ਲਿਖਿਆ ਮਿਲਦਾ ਤੁਹਾਨੂੰ? ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਹ ਗੱਲ ਮੰਨਣ ਨੂੰ ਤਿਆਰ ਹੋ, ਤੁਸੀਂ ਗੁਰੂ ਜੀ ਬਾਕੀ ਗੱਲਾਂ ਮੰਨਣ ਨੂੰ ਤਿਆਰ ਨਹੀਂ। ਇਹ ਕੀ ਪੈਰਾਮੀਟਰ ਹੈ? ਜਿਹੜੀਆਂ ਵਿਦਵਾਨਾਂ ਨੇ ਹੋਰ ਲਿਖੀਆਂ ਨੇ ਉਹਨਾਂ ਨੂੰ ਵੀ ਮੰਨਦੇ ਪਏ ਆ, ਉਹਨਾਂ ਨੂੰ ਵੀ ਪ੍ਰਮਾਣਾਂ ਦੇ ਤੌਰ ਤੇ ਯੂਜ਼ ਕਰ ਰਹੇ ਆ। ਇਹ ਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਤੋਂ ਪਹਿਲਾਂ ਮੈਨੂੰ ਨਾਂ ਨਹੀਂ ਖਿਆਲ ਆ ਰਿਹਾ ਕਿਹੜੇ ਰਹਿਤਨਾਮੇ ਦੇ ਵਿੱਚ ਉਹਦੇ ਵਿੱਚ ਆਇਆ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇੱਥੇ ਜਿਹੜਾ ਗੁਰੂ ਗ੍ਰੰਥ ਬਣਾ ਦਿੱਤਾ ਗਿਆ, ਇਹ ਵਿੱਚ ਆਇਆ। ਇਹ ਸੀਨਾ ਬਸੀਨਾ ਜਿਹੜੀ ਹੈ ਉਹ ਗੁਰੂ ਗ੍ਰੰਥ, ਇਹਦਾ ਮਤਲਬ ਤੁਸੀਂ ਇਹਦੇ ਬਾਰੇ ਵੀ ਸ਼ੰਕਾ ਖੜਾ ਕਰਨਾ ਚਾਹੁੰਦੇ? ਮੈਂ ਨਹੀਂ ਕਰਦਾ ਸ਼ੰਕਾ, ਗ੍ਰੰਥ ਸਾਹਿਬ ਨੂੰ ਗੁਰਗੱਦੀ ਮੈਂ ਉਸ ਮੈਥੋਡੋਲੋਜੀ ਉੱਪਰ ਸ਼ੰਕਾ ਕਰ ਰਿਹਾ। ਮੈਂ ਤੁਹਾਡੀ ਗੱਲ ਤੋਂ ਬੜਾ ਹੈਰਾਨ ਹੋ ਰਿਹਾ। ਨਹੀਂ, ਮੈਂ ਨਹੀਂ, ਨਹੀਂ ਕਿੱਥੇ ਪਹੁੰਚ ਰਹੇ ਹੋ? ਨਹੀਂ ਨਹੀਂ ਨਹੀਂ, ਪਹੁੰਚ ਨਹੀਂ ਰਹੇ। ਬੜੇ ਚਿਰ ਬਾਅਦ ਮਿਲਿਆ ਤੁਹਾਨੂੰ, ਇਹ ਜਿਹੜੀ ਇਹ ਸਾਡੇ ਭਾਈਆਂ ਦੀ ਜਿਹੜੀ ਇਹ ਮੈਥੋਡੋਲੋਜੀ ਹੈ ਨਾ, ਕਿ ਬਈ ਗੁਰੂ ਗੋਬਿੰਦ ਸਿੰਘ ਨੇ ਆਹ ਕਹਿਣਾ ਹੁੰਦਾ ਤੇ ਲਿਖ ਜਾਂਦੇ ਆਪ, ਗੁਰੂ ਗੋਬਿੰਦ ਸਿੰਘ ਨੇ ਇਹ ਬਾਣੀਆਂ ਦੇਣੀਆਂ ਹੁੰਦੀਆਂ ਤੇ ਮਹੱਲਾ ਸ਼ਬਦ ਲਿਖ ਜਾਂਦੇ। ਇਹ ਮੈਥੋਡੋਲੋਜੀ ਤੇ ਹੁਣ ਕਈ ਬੰਦੇ ਕਿੰਤੂ, ਤੁਸੀਂ ਨੈੱਟ ਤੇ ਦੇਖੋ, ਮੈਂ ਤੇ ਨਹੀਂ ਕਰਦਾ, ਨੈੱਟ ਤੇ ਦੇਖੋ ਕਈ ਬੰਦੇ ਕਿੰਤੂ ਕਰਨਾ ਸ਼ੁਰੂ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਨੇ ਕਦੇ ਕਿਹਾ ਹੀ ਨਹੀਂ ਜੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿੱਥੇ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ? ਇਹ ਤਾਂ ਪੜ੍ਹਿਆ ਨਹੀਂ ਜੀ ਕਿਤੇ ਅਜੇ ਤੱਕ। ਮੈਂ ਤੁਹਾਨੂੰ ਦਿਖਾ ਸਕਦਾ, ਔਰ ਤੁਹਾਡੇ ਸਾਥੀ ਜਿਹੜੇ ਲਿਖਦੇ ਨੇ, ਆਈ ਕੈਨ ਸ਼ੋ ਯੂ। ਬਲਕਿ ਸਾਥੀ ਮੀਨ ਤੁਹਾਡੇ ਇਸ ਤਰ੍ਹਾਂ ਕੋਈ ਸਾਥੀ ਨਹੀਂ, ਤੁਹਾਡੇ ਜਾਣਕਾਰ ਬੰਦੇ ਨੇ ਜਿਹੜੇ ਲਿਖਦੇ ਨੇ। ਮੈਂ ਤੁਹਾਨੂੰ ਇਹ ਗੱਲ ਪਹਿਲਾਂ ਕਹੀ ਸੀ, ਪਰ ਤੁਹਾਡੇ ਮਨ ਦੇ ਵਿੱਚ ਜਿਹੜਾ ਉਹ ਪ੍ਰਭਾਵ ਹੈ ਨਾ, ਉਹਨੂੰ ਹੁਣ ਮੈਂ ਕਿਵੇਂ ਦੂਰ ਕਰ ਸਕਣਾ? ਮੈਂ ਤੁਹਾਡੇ ਨਾਲ ਮੇਰੇ ਬਹੁਤ ਸਾਰੇ ਮਤਭੇਦ ਹੋਣਗੇ ਵਿਚਾਰਕ ਤੌਰ ਤੇ, ਉਹਦੇ ਬਾਅਦ ਵੀ ਮੈਂ ਵੀ ਅੱਜ ਵੀ ਤੁਹਾਨੂੰ ਬੜਾ ਪਿਆਰ ਨਾਲ ਮਿਲਦਾ, ਤੁਹਾਨੂੰ ਆਪਣੇ ਭਰਾਵਾਂ ਵਾਂਗੂ ਸਮਝਣਾ, ਤੇ ਉਹਨਾਂ ਦੇ ਨਾਲ ਵੀ ਉਸ ਤਰ੍ਹਾਂ ਉਸੇ ਪਿਆਰ ਨਾਲ ਸਮਝਣਾ ਮਿਲਦਾ। ਤੇ ਇਹਦੇ ਨਾਲ ਲੇਕਿਨ ਉਸ ਮੈਥਡ ਉੱਪਰ ਆ ਰਹੇ ਨੇ। ਕੱਲ ਨੂੰ ਕੋਈ ਇਹ ਕਵੇ ਕਿ ਤੁਸੀਂ ਜੀ ਹਰਦੇਵ ਸਿੰਘ ਹੋਰਾਂ ਦੀ ਵਿਚਾਰਧਾਰਾ ਤੇ ਚੱਲਦੇ ਹੋ। ਮੈਂ ਇਹ ਕਹਿ ਰਿਹਾ, ਤੁਹਾਨੂੰ ਹਵਾਲਾ ਦੇ ਰਿਹਾ ਕਿ ਕੁਝ ਲੋਕ ਇਸ ਗੱਲ ਦੇ ਉੱਪਰ ਵੀ ਆ ਰਹੇ ਨੇ ਕਿ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਗੱਦੀ ਦੇਣੀ ਹੁੰਦੀ ਤੇ ਆਪ ਕਿਉਂ ਨਾ ਲਿਖ ਕੇ? ਇਹ ਜਿਹੜਾ ਸ਼ਬਦ ਹੈ ਇਹ ਨਹੀਂ ਲਿਖਿਆ ਉਹਨਾਂ ਨੇ, ਇਹ ਉਹਨਾਂ ਦੀ ਗੱਲ ਨਹੀਂ ਹੈ। ਚਲੋ ਉਹ ਤਾਂ ਜਿਹੜੇ ਕਹਿ ਰਹੇ ਨੇ ਤੁਸੀਂ ਉਹਨਾਂ ਨਾਲ ਗੱਲ ਕਰੋ। ਹੁਣ ਕਿਵੇਂ ਮੰਗਦਾ 11:15 ਵਜੇ ਅਸੀਂ ਜਾਣਾ ਸੀ। ਚਲੋ ਅਸੀਂ ਤੇ 11:25 ਹੋ ਗਏ ਨੇ। ਅਸੀਂ ਇਸ ਵਿਚਾਰ ਗੋਸ਼ਟੀ ਦੇ ਵਿੱਚ ਬੈਠ ਰਹੇ ਹੈ ਕਿ ਕਿਸੇ ਵੇਲੇ ਸਮਾਂ ਕੱਢ ਕੇ ਆਓ,
ਹਾਂ, ਇਸ ਨੂੰ ਚਰਚਾ ਜਾਰੀ ਜੋ ਰੱਖਾਂਗੇ। ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਨਾ ਉਹ ਦਿਓ, ਤਾਂ ਕਿ ਮੈਂ ਤੁਹਾਨੂੰ ਸਾਰਾ ਲਿਟਰੇਚਰ ਤੁਹਾਡੇ ਸਾਹਮਣੇ ਰੱਖ ਸਕਾਂ। ਠੀਕ ਹੈ। ਤੇ ਅਸੀਂ ਇਸ ਗੱਲ ਨੂੰ ਇੱਥੋਂ ਟਾਕ ਨੂੰ ਅੱਗੇ ਸ਼ੁਰੂ ਕਰਾਂਗੇ ਕਿ ਬਈ ਇਹ ਨਿਤਨੇਮ ਦੀ ਬਾਣੀਆਂ ਰਹਿਤ ਮਰਿਆਦਾ ਦੇ ਵਿੱਚ ਜਾਂ ਸਿੱਖਾਂ ਦੀ ਰਹਿਤ ਦੇ ਵਿੱਚ ਆਈਆਂ ਕਦੋਂ। ਇਸ ਨੁਕਤੇ ਤੋਂ ਅਸੀਂ ਅੱਗੇ ਇਹਨੂੰ ਇਸ ਇਸ਼ੂ ਨੂੰ ਟੇਕ ਅਪ ਕਰਾਂਗੇ, ਦੁਬਾਰਾ ਵਿਚਾਰਾਂ ਦਾ ਵਟਾਂਦਰਾ ਕਰਾਂਗੇ। ਠੀਕ। ਤੋ ਇਸ ਦੇ ਨਾਲ ਹੀ ਮੈਂ ਦਰਸ਼ਕਾਂ ਤੋਂ ਖਿਮਾ ਦਾ ਜਾਚਕ ਹਾਂ, ਔਰ ਵਿਸ਼ੇਸ਼ ਤੌਰ ਤੇ ਮੈਂ ਸਰਦਾਰ ਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਇਸ ਰੁਝੇਵੇਂ ਦੇ ਵਿੱਚ ਵੀ ਇਸ ਗੋਸ਼ਟੀ ਵਿੱਚ ਵਿਚਾਰ ਗੋਸ਼ਟੀ ਲਈ ਆਪਣੀ ਸਹਿਮਤੀ ਦਿੱਤੀ। ਔਰ ਕੁਝ ਚੂੰਕਿ ਵਿਸ਼ੇ ਬਹੁਤ ਵੱਡੇ ਹਨ, ਵਿਸ਼ੇ ਬਹੁਤ ਸੰਜੀਦਾ ਹਨ, ਇਸ ਕਰਕੇ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ, ਕੁਝ ਗੱਲਾਂ ਅਸੀਂ ਬਾਕੀ ਰਹਿ ਗਈਆਂ ਤੇ ਇਹਨਾਂ ਨੂੰ ਅਸੀਂ ਅਗਲੀ ਲੜੀ ਦੇ ਵਿੱਚ ਇੱਥੋਂ ਜਿੱਥੇ ਛੁੱਟ ਗਈਆਂ ਇਸ ਤੋਂ ਅਗਾਂਹ ਅਸੀਂ ਟੇਕ ਅਪ ਕਰਾਂਗੇ। ਇਹਦੇ ਨਾਲ ਹੀ ਮੈਂ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।